ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਭਾਰਤ ਦੇ ਸਾਬਕਾ ਸਫੀਰ ਉੱਗੇ ਵਿਦਵਾਨ ਸਰਦਾਰ ਕੇਸੀ ਸਿੰਘ। ਸਰਦਾਰ ਸਾਹਿਬ ਜੀ ਆਇਆਂ। ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ, ਤੁਹਾਨੂੰ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਸਰਦਾਰ ਸਾਹਿਬ, ਵੈਸੇ ਤਾਂ ਪਾਣੀ ਕਾਫੀ ਪੁਲਾਂ ਥੱਲਿਓਂ ਵਹਿ ਗਿਆ, ਅੱਜ ਕਾਫੀ ਫੈਸਲੇ ਸਪਸ਼ਟ ਹੋ ਗਏ। ਤੇਜਿੰਦਰ ਬੱਗਾ ਨੂੰ ਲੈ ਕੇ ਇੱਕ ਡਰਾਮਾ ਲਗਾਤਾਰ ਚੱਲਿਆ। ਮਾਣਯੋਗ ਉੱਚ ਅਦਾਲਤ ਨੇ ਇਹਦੇ ਸੰਬੰਧੀ ਸੁਣਵਾਈ ਕਰ ਲਈ ਹੈ ਔਰ ਕੱਲ ਫਿਰ ਇੱਥੇ ਸੁਣਵਾਈ ਹੋਏਗੀ। ਸੁਰਖੀ ਬਣ ਗਈ ਹੈ, ਸ਼ਾਇਦ ਸੁਰਖੀ ਚਾਹੀਦੀ ਵੀ ਹੁੰਦੀ ਹੈ। ਕਾਫੀ ਲੋਕ ਇਹਦੇ ਵਿੱਚੋਂ ਆਪਣਾ ਸਿਆਸੀ ਭਵਿੱਖ ਲੱਭਣ ਦੀ ਵੀ ਕੋਸ਼ਿਸ਼ ਕਰ ਰਹੇ ਆ, ਪਰ ਮੈਂ ਤੁਹਾਡੇ ਤੋਂ ਸਮਝਣ ਦਾ ਯਤਨ ਕਰੂੰਗਾ ਕਿ ਰਾਜਨੀਤੀ ਸਿਰਫ ਨੈਗੇਟਿਵਿਟੀ ਚੋਂ ਹੀ ਨਿਕਲਦੀ ਹੈ। ਤੁਸੀਂ ਇਹਨੂੰ ਕਿਵੇਂ ਲੈ ਰਹੇ ਹੋ? ਕਿਉਂਕਿ ਅਜੇ ਹਾਲਾਂ 2 ਮਹੀਨੇ ਪੂਰੇ ਸਰਕਾਰ ਬਣੀ ਨੂੰ ਹੋਏ ਨਹੀਂ, ਤੇ ਇਸ ਮੌਕੇ ਦੇ ਉੱਤੇ ਤੁਹਾਨੂੰ ਆਮ ਆਦਮੀ ਪਾਰਟੀ ਦੀ ਇਹ ਰਾਜਨੀਤੀ ਕਿਸ ਪਾਸੇ ਨੂੰ ਜਾਂਦੀ ਦਿਸਦੀ ਹੈ? ਰੰਧਾਵਾ ਸਾਹਿਬ ਦੇਖੋ, ਇਹ ਮੈਂ ਸ਼ੁਰੂ ਤੋਂ ਕਹਿੰਦਾ ਆ ਰਿਹਾ, ਤੁਹਾਡੇ ਪ੍ਰੋਗਰਾਮ ਤੇ ਵੀ ਕਿਹਾ ਹੈ, ਇਹਨਾਂ ਦੇ ਜਿੱਤਣ ਦੇ, ਆਮ ਆਦਮੀ ਪਾਰਟੀ ਦੇ ਜਿੱਤਣ ਦੇ ਬਿਲਕੁਲ ਬਾਅਦ ਕਿਹਾ ਕਿ ਇਹਦੇ 'ਚ ਖਤਰਾ ਕੀ ਸੀਗਾ ਕਿ ਕੇਜਰੀਵਾਲ ਕੋਲ ਪੁਲਿਸ ਨਹੀਂ ਹੈ। ਉਹ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰੇਗਾ ਜਦ ਕੋਈ ਵੀ ਪੁਲਿਸ ਫੋਰਸ ਉਹਦੇ ਹੱਥ 'ਚ ਆਈ, ਕਿਉਂਕਿ ਉਹਦੀ ਜਿਹੜਾ ਉਹਦਾ ਸੁਭਾਅ ਹੈ ਉਹ ਪਹਿਲੇ ਦਿਨੋਂ ਪਤਾ ਹੈ। ਦਿੱਲੀ 'ਚ ਜਦ ਪਹਿਲੀ ਵਾਰ ਚੀਫ ਮਿਨਿਸਟਰ ਬਣੇ ਨੇ ਕੇਜਰੀਵਾਲ ਸਾਹਿਬ, ਇਹਨਾਂ ਨੇ ਇੱਕ ਬੜੀ ਬੇਤੁਕੀ ਗੱਲ ਕੀਤੀ। ਦਿੱਲੀ ਦਾ ਜਿਹੜਾ ਵਿਜੀਲੈਂਸ ਡਿਪਾਰਟਮੈਂਟ ਸੀ ਉਹਦੇ ਵਿੱਚ ਕਿਹਾ ਜੀ ਅਸੀਂ ਸਾਰੇ ਕੇਸ ਜਿੰਨੇ ਸੈਂਟਰ ਦੇ ਮਿਨਿਸਟਰ ਨੇ ਉਹਨਾਂ ਤੇ ਬਣਾਵਾਂਗੇ ਜੇ ਉਹਨਾਂ ਨੇ ਰਿਸ਼ਵਤਾਂ ਲਈਆਂ, ਕਿਉਂਕਿ ਅਸੀਂ ਦਿੱਲੀ ਦੀ ਸਰਕਾਰ ਹੈ, ਉਹ ਦਿੱਲੀ 'ਚ ਰਹਿੰਦੇ ਨੇ ਸਾਰੇ, ਤਾਂ ਸਾਡਾ ਵਿਜੀਲੈਂਸ ਡਿਪਾਰਟਮੈਂਟ ਇਹਨਾਂ ਨੂੰ ਪਤਾ ਕਰੇਗਾ। ਹੁਣ ਇਹ ਇੰਨੀ ਬੇਤੁਕੀ ਗੱਲ ਹੈ ਕਿ ਯੂਨੀਅਨ ਗਵਰਨਮੈਂਟ ਜਿਹੜੀ ਕੇਂਦਰ ਦੀ ਸਰਕਾਰ ਹੈ, ਕੇਂਦਰ ਦੇ ਮੰਤਰੀ ਭਾਵੇਂ ਦਿੱਲੀ 'ਚ ਰਹਿੰਦੇ ਹੋਣ, ਉਹ ਇੱਕ ਸੂਬੇ ਦੀ ਸਰਕਾਰ ਥੋੜੀ ਉਹਨਾਂ ਤੇ ਕਾਰਵਾਈ ਕਰ ਸਕਦੀ ਹੈ। ਉਹ ਕਾਰਵਾਈ ਤਾਂ ਕੇਂਦਰ 'ਚ ਕਰਨੀ ਪਏਗੀ। ਉਹ ਅਮਿਤ ਸ਼ਾਹ ਹੋਣਾ ਨੇ ਉਦਣ ਹੀ ਦੂਜੇ ਦਿਨੇ ਤੋਂ ਫਟਾਫਟ ਉਹ ਖਿਲੌਣਾ ਖੋ ਲਿਆ ਕੇਜਰੀਵਾਲ ਸਾਹਿਬ ਤੋਂ। ਮੇਰਾ ਖਿਆਲ ਉਹ ਕਾਰਵਾਈ ਸਰਦਾਰ ਸਾਹਿਬ ਹੋਈ ਵੀ ਸੀ, ਸ਼ਾਇਦ ਪੈਟਰੋਲੀਅਮ ਮੰਤਰੀ ਦੇ ਉੱਤੇ ਔਰ ਕੁਝ ਜਿਹੜੇ ਬਿਜ਼ਨਸਮੈਨ ਹੈ ਉਹਨਾਂ ਦੇ ਉੱਤੇ ਵੀ ਸ਼ਾਇਦ ਇਸ ਤਰ੍ਹਾਂ ਦੀਆਂ FIR ਲੌਂਚ ਹੋਈਆਂ ਸੀਗੀਆਂ ਜੀ। FIR ਤਾਂ ਇਹ ਕਰ ਨਹੀਂ ਸੀ ਸਕਦੇ, ਇਹਨਾਂ ਨੇ ਵਿਜੀਲੈਂਸ ਵਾਲੇ ਨੂੰ ਕਹਿ ਕੇ ਨੋਟਿਸ ਦਿੱਤੇ ਉਹਨਾਂ ਨੂੰ। FIR ਤਾਂ ਦਿੱਲੀ ਪੁਲਿਸ ਇਹਨਾਂ ਦੇ ਥੱਲੇ ਨਹੀਂ ਸੀ, ਸੋ ਉਹ ਇੱਕਦਮ ਯੂਨੀਅਨ ਗਵਰਨਮੈਂਟ ਨੇ ਉਹ ਕੱਢ ਕੇ ਫਿਰ LG ਦੇ ਥੱਲੇ ਕਰਤਾ, ਇਹਨਾਂ ਤੋਂ ਲੈ ਲਿਆ ਉਹ ਡਿਪਾਰਟਮੈਂਟ। ਤੋਂ ਇਸ ਕਰਕੇ ਇਹ ਬੜੀ ਪੁਰਾਣੀ ਇਹਨਾਂ ਦੀ ਸੋਚ ਹੈ ਕਿ ਮੈਂ ਦੇਖੋ, ਇੱਕ ਮੇਰੇ ਕੋਲ ਜੇ ਤਾਕਤ ਆਂਦੀ ਹੈ, ਮੈਂ ਤਾਕਤ ਦੇ ਜ਼ਰੀਏ ਉਹ ਕੰਮ ਕਰ ਸਕਦਾ ਜਿਹੜਾ ਗੱਲਬਾਤ ਨਾਲ ਇੱਕ ਦੂਜੇ ਨਾਲ ਬੈਠ ਕੇ ਸਮਝਾ ਕੇ ਕਰਨ 'ਚ, ਕਿਉਂਕਿ ਦੇਰ ਲੱਗਦੀ ਹੈ। ਤੁਸੀਂ ਤਬਦੀਲੀ ਲਿਆਉਣਾ ਚਾਹੁੰਦੇ ਹੋ ਇੱਕਦਮ, ਇਹ ਕੋਈ ਰਾਜਨੀਤੀ ਦੀ ਖੇਡ ਨਹੀਂ ਹੈ, ਇਹ ਗਲਤ ਅਪਰੋਚ ਹੈ। ਇਹੀ ਕੰਮ BJP ਦੀ ਸਰਕਾਰ ਕਰਦੀ ਆ ਰਹੀ ਹੈ ਹੁਣੇ। ਉਹਨਾਂ ਦੇ ਬਾਰੇ ਸ਼ਿਕਾਇਤ ਇਹੀ ਹੈ ਕਿ ਕੋਈ ਗੱਲ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਦੇ ਬਾਰੇ ਬੋਲੋ, ਉਹ ਇੱਕਦਮ ਤੁਹਾਡੇ ਤੇ ਕੇਸ ਠੋਕ ਦਿੰਦੇ ਆ। ਉੱਥੇ ਅਸਾਮ 'ਚ ਬੁਲਾਏ ਹੋਏ ਆ, ਮਵਦਾਨੀ ਵਿਚਾਰਾ ਉਹ ਗੁਜਰਾਤ ਦਾ ਬੰਦਾ ਫੜ ਕੇ ਅਸਾਮ ਦੇ ਵਿੱਚ ਜੇਲ੍ਹ 'ਚ ਦਿੱਤਾ ਹੋਇਆ। ਜਦ ਉਹ ਇੱਕ ਕੇਸ 'ਚ ਉਹਨੂੰ ਬੇਲ ਮਿਲੀ, ਫਿਰ ਕਹਤਾ ਜੀ ਇਹਨੇ ਜਨਾਨੀ ਪੁਲਿਸ ਅਫਸਰ ਸੀ, ਉਹਦੇ ਨਾਲ ਇਹਨੇ ਗਲਤ ਵਿਵਹਾਰ ਕੀਤਾ। ਤਾਂ ਜੇ ਇਹੀ ਕੁਝ ਕੇਜਰੀਵਾਲ ਨੇ ਕਰਨਾ ਹੈ, ਫਿਰ ਇਹਦੇ 'ਚ ਬਦਲਾਅ ਕੀ ਹੈ? ਇਹ ਕੋਈ ਤਰੀਕਾ ਨਹੀਂ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਕਹੋ ਜੀ ਕਿਹਾ ਬੰਦਾ ਜੀ ਨੇ, ਤੇਜਿੰਦਰ ਬੱਗੇ ਨੇ ਮਾੜਾ ਕਿਹਾ ਚੰਗਾ ਕਿਹਾ ਉਹ ਦੂਜੀ ਗੱਲ ਹੈ। ਮੈਂ ਤਾਂ ਆਪ ਉਹਨੂੰ ਬਲੌਕ ਕੀਤਾ ਹੋਇਆ ਆਪਣੇ ਟਵਿੱਟਰ ਤੇ, ਪਰ ਉਹ ਮਾੜਾ ਹੋਵੇ ਚੰਗਾ ਹੋਵੇ, ਦੇਖੋ ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਨੇ। ਤਾਂ ਜੇ ਉਹਨੇ ਕੋਈ ਗਲਤੀ ਕੀਤੀ ਹੈ, ਉਹ ਗਲਤੀ ਦਾ ਕਰਨ ਦਾ ਕੋਈ ਤਰੀਕਾ ਹੈ, ਤੁਸੀਂ ਸਿਵਲ ਕੋਰਟ 'ਚ ਜਾ ਕੇ ਅਰਜ਼ੀ ਦਿਓ। ਜਿਵੇਂ ਇਹਨਾਂ ਦੇ ਖਿਲਾਫ ਜਦ ਇਹਨਾਂ ਨੇ ਮਜੀਠੀਆ ਨੂੰ ਕਿਹਾ ਸੀ ਤਾਂ ਮਜੀਠੀਆ ਨੇ ਪੁਲਿਸ ਥੋੜੀ ਭੇਜੀ ਕੇਜਰੀਵਾਲ ਦੇ ਖਿਲਾਫ, ਉਹਨਾਂ ਨੇ ਅਰਜ਼ੀ ਦਿੱਤੀ ਉੱਥੇ ਕਿ ਮਾਨਹਾਨੀ ਦਾ ਕੇਸ ਕੀਤਾ। ਉਹ ਆਪੇ ਫਿਰ ਉਹਦੇ 'ਚ ਜਾਂ ਰਜ਼ਾਮੰਦੀ ਹੋ ਗਈ ਜਾਂ ਚੱਲਦਾ ਰਹਿੰਦਾ ਕੇਸ। ਲੇਕਿਨ ਜੇ ਤੁਸੀਂ ਪੁਲਿਸ ਦਾ ਦੁਰਉਪਯੋਗ ਕਰੋਗੇ, ਦੇਖੋ ਇਹੀ ਚੀਜ਼ ਅੱਜ ਸੁਪਰੀਮ ਕੋਰਟ ਦੇਖ ਰਹੀ ਹੈ। ਜਿਹੜਾ ਦੇਸ਼ ਦਰੋਹੀ ਦਾ ਕੇਸ ਸੈਡੀਸ਼ਨ ਕਹਿੰਦੇ ਆ, ਇਹ ਅੰਗਰੇਜ਼ਾਂ ਵਾਲੇ ਦਾ ਕਾਨੂੰਨ ਬਣਿਆ ਹੋਇਆ। ਆਜ਼ਾਦੀ ਤੋਂ ਪਹਿਲਾਂ ਇਹੀ ਬੰਦਿਆਂ ਤੇ ਇਸਤੇਮਾਲ ਹੋਇਆ, ਕਾਂਗਰਸ ਦੇ ਲੀਡਰਾਂ ਤੇ, ਜਿਨ੍ਹਾਂ ਕੋਲ ਬਾਅਦ 'ਚ ਤਾਕਤ ਆਈ। ਜਦ ਤਾਕਤ ਆ ਗਈ ਉਹਨਾਂ ਨੇ ਉਹ ਕਾਨੂੰਨ ਰੱਦ ਨਹੀਂ ਕੀਤਾ, ਉਹ ਫਿਰ ਕਾਂਗਰਸ ਇਸਤੇਮਾਲ ਕਰਦੀ ਰਹੀ। ਹੁਣ ਉਹਨੂੰ BJP ਇਸਤੇਮਾਲ ਕਰਦੀ ਹੈ। ਹੁਣ ਸੁਪਰੀਮ ਕੋਰਟ ਦੇ ਅੱਗੇ ਜਾ ਕੇ ਕਿਹਾ ਜੀ ਕਿ ਇਹ ਕਾਨੂੰਨ ਕੀ ਹੈ। ਇਹਦਾ ਮਤਲਬ ਹੈ ਤੁਸੀਂ ਰਾਜਨੀਤੀ ਦੇ ਵਿੱਚ ਜੇ ਤੁਸੀਂ ਵਿਪਕਸ਼ ਚੋਂ ਜਾਂ ਮੇਰੇ ਵਾਂਗੂ ਤੁਸੀਂ ਬਾਹਰੋਂ ਬੋਲ ਰਹੇ ਹੋ, ਕੁਝ ਕਹਿ ਨਹੀਂ ਸਕਦੇ। ਕਿਸੇ ਬੰਦੇ ਨੂੰ ਤੁਸੀਂ ਕਹੋਗੇ, ਕੋਈ ਇਤਰਾਜ਼ ਕਰੋਗੇ, ਉਠਾ ਦੇ ਕੇ ਸੈਡੀਸ਼ਨ ਦਾ ਕੇਸ ਠੋਕ ਦੇਗਾ। ਨਹੀਂ ਜੀ, ਦੇਖੋ ਇਹਦੇ ਨਾਲ ਜਾਂ ਇੱਕ ਹੋਰ ਇਹਨਾਂ ਨੇ ਬਣਾਇਆ, ਦੇਖੋ ਜੀ ਇਹਦੇ ਨਾਲ 2 ਤਬਕਿਆਂ ਦੇ ਵਿੱਚ
ਹਿੰਦੂ ਤੇ ਮੁਸਲਮਾਨ, ਹਿੰਦੂ ਤੇ ਸਿੱਖ, ਉਹਨਾਂ ਦੇ ਵਿੱਚ ਆਪਸੀ ਝਗੜੇ ਵੱਧਦੇ ਹੈ। ਦੇਖੋ ਜੀ, ਸਾਡੇ ਤੇ ਨਾਅਰੇਬਾਜ਼ੀ ਹੋ ਗਈ, ਅਸੀਂ ਕਿਧਰੇ ਗਏ ਕੇਸ ਠੋਕ ਦੋ। ਇਹਨੂੰ ਖਤਮ ਕਰਨ ਦੀ ਜਗ੍ਹਾ ਕੇਜਰੀਵਾਲ ਉਹੀ ਗਲਤੀ ਦੁਹਰਾ ਰਿਹਾ ਹੈ, ਉਹੀ ਚੀਜ਼ ਦੁਬਾਰਾ ਕਰ ਰਿਹਾ ਹੈ। ਫਿਰ ਇਹ ਬਦਲਾਅ ਕੀ ਲੈ ਕੇ ਆਏ? ਪੰਜਾਬ ਨੇ ਵੋਟਾਂ ਕਿਸ ਲਈ ਪਾਈਆਂ? ਇਸ ਕੰਮ ਲਈ ਪਾਈਆਂ ਕਿ ਪੰਜਾਬ ਦੀ ਪੁਲਿਸ ਦੀ ਲੜਾਈ ਸਿੱਧੀ ਤੁਸੀਂ ਅਮਿਤ ਸ਼ਾਹ ਨਾਲ ਕਰਵਾ ਦਿਓ। ਉਹ ਲੜਾਈ 'ਚ ਪੰਜਾਬ ਪੁਲਿਸ ਕਿਵੇਂ ਜਿੱਤ ਸਕਦੀ ਹੈ? ਉਹ ਨਾਲ ਹਰਿਆਣੇ 'ਚ ਆਹੀ ਹੋਇਆ, ਉਹਨਾਂ ਅੱਜ ਬੇਇੱਜ਼ਤ ਹੋਈ ਪੰਜਾਬ ਦੀ ਪੁਲਿਸ। ਜਿਹੜੇ ਬੰਦੇ ਨੂੰ ਫੜ, ਦੇਖੋ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਹੈ ਰੰਧਾਵਾ ਸਾਹਿਬ ਇਹਦੇ ਤੇ, ਜੇ ਤੁਸੀਂ ਕਿਸੇ ਦੂਜੇ ਸੂਬੇ ਚੋਂ ਕਿਸੇ ਕ੍ਰਿਮੀਨਲ ਨੂੰ ਫੜ ਕੇ ਲਿਆਉਣਾ ਹੈ, ਫਿਰ ਤੁਹਾਨੂੰ ਉੱਥੋਂ ਦੇ ਥਾਣੇ ਨੂੰ ਦੱਸਣਾ ਪਏਗਾ, ਫਿਰ ਉੱਥੋਂ ਦੇ ਮੈਜਿਸਟ੍ਰੇਟ ਕੋਲ ਜਾ ਕੇ ਟ੍ਰਾਂਜ਼ਿਟ ਰਿਮਾਂਡ ਲੈਣੀ ਪਏਗੀ। ਉਹ ਟ੍ਰਾਂਜ਼ਿਟ ਰਿਮਾਂਡ ਲੈ ਕੇ ਤੁਸੀਂ ਇਹਨੂੰ ਲਿਆ ਸਕਦੇ ਆ। ਉਹਨੂੰ ਚੱਕ ਕੇ ਗੱਡੀ 'ਚ ਸਿੱਟ ਕੇ ਤੁਸੀਂ ਜੀਟੀ ਰੋਡ ਦੇ ਰਸਤੇ ਪੈ ਜਾਓ, ਉਹਨਾਂ ਨੇ ਫਿਰ ਤੁਹਾਡੇ ਤੇ ਕਿਡਨੈਪਿੰਗ ਦਾ ਕੇਸ ਕਰਤਾ। ਦਿੱਲੀ ਪੁਲਿਸ ਨੂੰ ਇੱਕਦਮ ਉੱਤੋਂ ਆਏ ਹੋਣੇ ਹੋਮ ਮਿਨਿਸਟਰੀ ਤੋਂ ਹਦਾਇਤ, ਉਹਨਾਂ ਨੇ ਰਸਤੇ 'ਚ ਪਿਪਲੀ 'ਚ ਨਾਕਾ ਲਾ ਕੇ ਉਹ ਬੰਦੇ ਨੂੰ ਵਾਪਸ ਲੈ ਗਏ। ਹੁਣ ਉਹ ਕੇਸ ਬਣਨਗੇ ਪੰਜਾਬ ਦੇ, ਕਿਉਂਕਿ ਉਹਦੇ ਤਜਿੰਦਰ ਬੱਗਾ ਦੇ ਪਿਓ ਨੇ ਕਿਹਾ ਜੀ ਇਹਨੂੰ ਜ਼ਬਰਦਸਤੀ ਚੱਕ ਕੇ ਲੈ ਕੇ ਗਏ ਹੈ, ਉਹ ਕਿਡਨੈਪਿੰਗ ਦਾ ਕੇਸ ਬਣ ਗਿਆ। ਹੁਣ ਜੇ ਪੰਜਾਬ ਦੇ ਪੁਲਿਸ ਅਫਸਰਾਂ ਦੇ ਕੇਸ ਬਣ ਜਾਂਦਾ ਹੈ ਤਾਂ ਗਲਤੀ ਕਿਹਦੀ ਹੈ? ਗਲਤੀ ਇਹਦੇ 'ਚ ਉਹਨਾਂ ਦੀ ਹੈ ਜਾਂ ਨਹੀਂ? ਵੈਸੇ ਸਰਦਾਰ ਸਾਹਿਬ, ਮੈਂ ਮਾਫੀ ਚਾਹੁੰਦਾ, ਤੁਹਾਨੂੰ ਥੋੜਾ ਜਿਹਾ ਰੋਕਿਆ ਵਿੱਚ। ਵੈਸੇ ਮੈਂ ਜਦੋਂ ਹਾਈ ਕੋਰਟ ਦੇ ਬਾਹਰ ਆਪਣੇ ਏਜੀ ਨੂੰ ਸੁਣਦਾ ਪਿਆ ਸੀ, ਅਨਮੋਲ ਰਤਨ ਸਿੱਧੂ ਜੀ ਨੂੰ, ਔਰ ਉਹਨਾਂ ਦੇ ਸਮਾਨਾਂਤਰ ਦਿੱਲੀ ਦੇ ਵਕੀਲ ਬੋਲ ਰਹੇ ਸੀ, ਤਾਂ ਮੈਨੂੰ ਉਹ ਜ਼ਿਆਦਾ ਹਮਲਾਵਰ ਲੱਗੇ ਦਿੱਲੀ ਵਾਲੇ। ਅਨਮੋਲ ਰਤਨ ਸਿੱਧੂ ਜਿਨ੍ਹਾਂ ਨੇ ਹਾਈ ਕੋਰਟ ਦੇ ਵਿੱਚ ਇਹ ਤੁਰੰਤ ਹੈਬੀਅਸ ਕਾਰਪਸ ਪਾਈ ਸੀਗੀ, ਉਹ ਡਿਫੈਂਸਿਵ ਲੱਗ ਰਹੇ ਸੀਗੇ। ਉਹ ਕਹਿੰਦੇ ਜ਼ਿਆਦਤੀ ਹੋਈ ਆ, ਗਲਤ ਹੋਇਆ। ਪਰ ਜਦੋਂ ਤੁਸੀਂ ਦਿੱਲੀ ਵਾਲੇ ਵਕੀਲ ਨੂੰ ਸੁਣ ਰਹੇ ਸੀ ਤੇ ਮੈਨੂੰ ਉਹ ਜ਼ਿਆਦਾ ਤੱਥਾਂ ਦੇ ਆਧਾਰ ਤੇ ਲੱਗੇ। ਉਹ ਕਹਿੰਦੇ ਜੀ ਉਹਦੇ ਤਜਿੰਦਰ ਬੱਗਾ ਦੇ ਬਾਪ ਨੇ ਪੁਲਿਸ ਥਾਣੇ 'ਚ ਐਪਲੀਕੇਸ਼ਨ ਦਿੱਤੀ ਕਿ ਮੇਰੇ ਘਰ ਲੋਕ ਆ ਗਏ, ਉਹਨਾਂ ਨੇ ਦਰਵਾਜ਼ਾ ਖੜਕਾਇਆ, ਧੱਕੇ ਨਾਲ ਅੰਦਰ ਵੜ ਗਏ, ਮੇਰਾ ਮੁੰਡਾ ਚੱਕ ਕੇ ਲੈ ਗਏ। ਉਸ ਤੋਂ ਬਾਅਦ ਜਦੋਂ ਉਹ ਥਾਣੇ 'ਚ ਜਿਹੜੀ ਪੁਲਿਸ ਹੈ ਉਹਨੇ ਸਰਚ ਵਾਰੰਟ ਅਦਾਲਤ ਵਿੱਚੋਂ ਲਏ, ਔਰ ਸਰਚ ਵਾਰੰਟ ਲੈਣ ਤੋਂ ਬਾਅਦ ਅਸੀਂ ਹਰਿਆਣੇ ਦੀ ਪੁਲਿਸ ਨੂੰ ਵੀ ਸੂਚਿਤ ਕੀਤਾ ਔਰ ਅਸੀਂ ਉਹਨਾਂ ਨੂੰ ਜਿਹੜਾ ਉਹਨੂੰ ਬਰਾਮਦ ਕੀਤਾ। ਔਰ ਸਾਨੂੰ ਕੋਰਟ ਨੇ ਕਿਹਾ ਸੀਗਾ ਸਰਚ ਵਾਰੰਟ ਦੇਣ ਵੇਲੇ ਕਿ ਤੁਸੀਂ ਉਹਨੂੰ ਇਸ ਕੋਰਟ ਦੇ ਵਿੱਚ ਲੱਭ ਕੇ ਪ੍ਰੋਡਿਊਸ ਕਰੋ, ਤੇ ਅਸੀਂ ਹੁਣ ਉਹਨੂੰ ਉੱਥੇ ਪ੍ਰੋਡਿਊਸ ਕਰ ਰਹੇ ਹਾਂ। ਸੋ ਮਤਲਬ ਉਹ ਤਾਂ ਪੂਰੀ ਅਦਾਲਤੀ ਪ੍ਰਕਿਰਿਆ ਨਾਲ ਅੱਗੇ ਵਧ ਰਹੇ ਸੀਗੇ। ਇਹਦਾ ਮਤਲਬ ਹੈ ਕਿ ਪੰਜਾਬ ਪੁਲਿਸ ਪੰਗੇ 'ਚ ਆ ਰਹੀ ਹੈ, ਤੁਹਾਡਾ ਮਤਲਬ? ਦੇਖੋ, ਇਹਦੀ ਦੋ ਚੀਜ਼ਾਂ ਹੁੰਦੀਆਂ। ਇੱਕ ਤਾਂ ਮੈਜਿਸਟ੍ਰੇਟ ਹੁੰਦਾ ਜਿੱਥੇ ਕੇਸ ਰਜਿਸਟਰ ਹੋਇਆ, ਉੱਥੇ ਇਹਨਾਂ ਨੇ ਇਹ ਕਹਿੰਦੇ ਨੇ ਅਸੀਂ ਸਮਨ ਭੇਜੇ, ਉਹ ਨਹੀਂ ਆਇਆ। ਕਿਉਂਕਿ ਮੈਂ ਹੁਣੇ ਉਹਦੀ ਟਵਿੱਟਰ ਫੀਡ ਦੇਖ ਰਿਹਾ ਸੀਗਾ ਬੱਗੇ ਦੀ, ਉਹ ਇੱਕ ਦੋ ਦਿਨ ਪਹਿਲਾਂ ਇਹੀ ਸ਼ਿਕਾਇਤ ਕਰ ਰਿਹਾ ਆਪਣੀ ਫੀਡ ਤੇ। ਦੇਖੋ, ਮੈਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ, ਕੇਜਰੀਵਾਲ ਕਰ ਲੈ 100 ਕੇਸ ਰਜਿਸਟਰ, ਮੈਂ ਦੇਖ ਲਾਂਗਾ ਕੀ ਕਰੂਗਾ ਇਹ ਕੇਸ। ਦੇਖੋ, ਉਹ ਤਾਂ ਆਪਣੀ ਲੀਡਰੀ ਉਹਦੀ ਵੱਧਦੀ ਆ, ਉਹ ਇਲੈਕਸ਼ਨ ਹਾਰਿਆ ਹੋਇਆ ਦਿੱਲੀ 'ਚ, ਉਹਦੀ ਕੋਈ ਇੱਥੇ ਦਿੱਲੀ ਦੇ ਵਿੱਚ ਕੋਈ ਬਹੁਤੀ ਉਹਦੀ ਪਹੁੰਚ ਨਹੀਂ ਹੈ, ਪਰ ਉਹਨੂੰ ਬੀਜੇਪੀ ਦੇ ਲੋਕਲ ਲੀਡਰ ਅੱਗੇ ਕਰ ਦਿੰਦੇ ਆ। ਉਹ ਲੜਾਕੂ ਟਾਈਪ ਬੰਦਾ ਹੈ, ਤੋ ਇਸ ਕਰਕੇ ਇਹਨਾਂ ਦੇ ਕੰਮ ਦਾ ਹੈ ਉਹ, ਤੇ ਉਹਦੀ ਤਾਂ ਇਹਨਾਂ ਨੇ ਲੀਡਰੀ ਬਣਾਤੀ ਇਹਦੇ 'ਚ। ਤੋ ਇਸ ਕਰਕੇ ਉਹ ਜ਼ਿਆਦਾ ਇਹਨਾਂ ਨੂੰ ਛੇੜ ਰਿਹਾ ਸੀਗਾ ਇਹ ਕੁਛ ਨਾ ਕੁਛ ਕਰਨ। ਲੇਕਿਨ ਇਹ ਜੇ ਇੱਥੋਂ ਦੇ ਮੈਜਿਸਟ੍ਰੇਟ ਦਾ ਲੈ ਕੇ ਗਏ ਹੈ, ਇਹਨਾਂ ਨੂੰ ਟ੍ਰਾਂਜ਼ਿਟ ਰਿਮਾਂਡ ਜਿੱਥੋਂ ਤੁਸੀਂ ਬੰਦਾ ਫੜੋ ਉੱਥੇ ਦੇ ਮੈਜਿਸਟ੍ਰੇਟ ਤੋਂ ਲੈਣਾ ਪੈਂਦਾ ਹੈ, ਨਾਲ ਇੱਕ ਉਹਦਾ ਰਿਸ਼ਤੇਦਾਰ ਲਿਆਉਣਾ ਪੈਂਦਾ ਹੈ, ਨਾਲ ਤੁਹਾਨੂੰ ਦੱਸਣਾ ਪੈਂਦਾ ਮੈਜਿਸਟ੍ਰੇਟ ਨੂੰ ਇਹ ਉਸੇ ਵਕੀਲ ਤਾਂ ਹੀ, ਇਹ ਕਿਸੇ ਵਕੀਲ ਨਾਲ ਗੱਲ ਕਰਨਾ ਚਾਹਵੇ ਤਾਂ ਵਕੀਲ ਨਾਲ ਗੱਲ ਕਰ ਸਕਦਾ ਹੈ। ਤੁਸੀਂ ਗੱਡੀ 'ਚ ਸਿੱਟ ਕੇ ਜੀਟੀ ਰੋਡ ਤੇ ਭਜਾ ਕੇ ਚੰਡੀਗੜ੍ਹ ਕਨੀ ਨਹੀਂ ਆ ਸਕਦੇ। ਇਹ ਹੁਣ ਉਹ KPS ਗਿੱਲ ਦਾ ਟਾਈਮ ਨਹੀਂ ਕਿ ਜਿਹੜਾ ਮਰਜ਼ੀ ਬੰਦਾ ਜਿੱਥੋਂ ਮਰਜ਼ੀ ਚੱਕ ਲਿਓ, ਜਿੱਧਰ ਮਰਜ਼ੀ ਲੈ ਜਾਓ। ਤਾਂ ਇਹ ਕਿਉਂ ਹੋ ਰਿਹਾ? ਸੋਚਣ ਵਾਲੀ ਗੱਲ ਹੈ, ਕਿਉਂ ਹੋ ਰਿਹਾ? ਦੇਖੋ, ਇਹ ਪੁਰਾਣੇ ਅਸੂਲ ਬਣੇ ਹੋਏ ਨੇ ਅੰਗਰੇਜ਼ਾਂ ਵੇਲੇ ਤੇ। ਕਿਉਂ ਡੀਸੀ ਪੁਰਾਣੇ ਟਾਈਮ ਦੇ ਵਿੱਚ SP ਦੀ ਰਿਪੋਰਟ ਲਿਖਦੇ ਸੀ? ਅੰਗਰੇਜ਼ਾਂ ਵੇਲੇ ਦਾ ਕਿ ਪੁਲਿਸ ਦੇ ਉੱਤੇ ਦੇਖੋ ਨਿਗਰਾਨੀ ਰੱਖਣੀ ਪਏਗੀ, ਨਿਗਰਾਨੀ DC ਰੱਖੇਗਾ, DGP ਦੇ ਉੱਤੇ ਹੋਮ ਸੈਕਟਰੀ ਰੱਖੇਗਾ, ਹੋਮ ਸੈਕਟਰੀ ਦੇ ਉੱਤੇ ਚੀਫ ਸੈਕਟਰੀ ਰੱਖੇਗਾ। ਸੋ ਇਸ ਕਰਕੇ ਇਹ ਇਸ ਲਈ ਬਣੇ ਹੋਏ ਹੈ ਕਿ ਤੁਸੀਂ ਇਹੀ ਨਹੀਂ ਕਿ ਜਦ ਮਰਜੀ ਜੋ ਮਰਜੀ ਪੁਲਿਸ ਕਾਰਵਾਈ ਕਰਦੇ। ਫਿਰ ਤਾਂ ਆਪਾਂ ਨੂੰ ਪਤਾ ਹੀ ਹੈ KPS ਗਿੱਲ ਦੇ ਹੁਣ ਤਾਂ ਹੀ ਚੱਲੀ ਜਾਂਦੇ ਕੇਸ, ਉਹ ਸੈਣੀ ਸਾਹਿਬ ਤੇ ਹੁਣ ਤਾਂ ਹੀ ਚੱਲੀ ਜਾਂਦੇ ਨੇ ਉਹ ਕੇਸ। ਤੇ ਜੇ ਉਹੀ ਕੁਛ ਕਰਨਾ ਹੈ ਜੋ ਪੰਜਾਬ ਪੁਲਿਸ ਕਰਦੀ ਆਈ ਹੈ ਆਤੰਕਵਾਦ ਦੇ ਵੇਲੇ, ਫਿਰ ਤਬਦੀਲੀ ਕੀ ਲਿਆਂਦੀ ਆਪਨੇ? ਇਹ ਬਦਲਾਅ ਕਹਿੰਦੇ ਸੀ, ਬਦਲਾਅ ਕੀ ਲਿਆਂਦਾ? ਇਸ਼ਤਿਹਾਰ ਕੱਢਣ ਦਾ ਅਖਬਾਰਾਂ 'ਚ ਪੁੱਛ ਲਓ ਬੰਦਿਆਂ ਨੂੰ, ਜੀ ਦੱਸੋ ਅਸੀਂ ਬਜਟ ਬਣਾਉਣਾ, ਕੀ ਕਰੀਏ? ਭਾਈ ਤੁਸੀਂ ਮੈਨੀਫੈਸਟੋ ਬਣਾਇਆ ਆਪਣਾ, ਉਹਦੇ ਤੋਂ ਲੋਕਾਂ ਦੀਆਂ ਵੋਟਾਂ ਮੰਗੀਆਂ, ਉਹਨਾਂ ਨੂੰ ਤੁਸੀਂ ਵਾਅਦੇ ਕੀਤੇ ਹੈ, ਉਹ ਵਾਅਦੇ ਪੂਰੇ ਕਰੋ। ਹੁਣ ਲੋਕਾਂ ਨੂੰ ਕਿਉਂ ਪੁੱਛਦੇ ਆ ਬਜਟ ਕੀ ਬਣਾਈਏ? ਬਜਟ ਤਾਂ ਉਹਦੇ ਮੁਤਾਬਕ ਹੀ ਬਣੂਗਾ ਨਾ ਜਿਹੜੇ ਤੁਸੀਂ ਵਾਅਦੇ ਕੀਤੇ ਹੈ। ਜੇ ਪੈਸੇ ਨਹੀਂ ਹੈ ਹੁਣ ਭੱਜੋ ਨਾ ਉਸ ਤੋਂ।
ਤੋ ਇਸ ਕਰਕੇ ਇਹ ਅਥਲ ਪਥਲ ਨਹੀਂ ਚੱਲਣ ਵਾਲੀ ਹੈ। ਡਾਇਆਰਕੀ ਕਹਿੰਦੇ ਅੰਗਰੇਜ਼ੀ ਚ, ਕਿ ਦੋ ਬੰਦੇ ਰਾਜ ਕਰਨਗੇ। ਇੱਕ ਉਹ ਜਿਹਨੇ ਸਹੁੰ ਚੱਕੀ ਹੈ, ਭਗਵੰਤ ਸਿੰਘ ਮਾਨ ਜੀ ਜਿਹੜੇ ਚੀਫ ਮਿਨਿਸਟਰ ਨੇ, ਦੂਜੇ ਜਿਹੜੇ ਅਸਲੀ ਹਾਕਿਮ ਨੇ, ਜਿਹੜੇ ਤਾਰਾਂ ਖਿੱਚਦੇ ਆ ਦਿੱਲੀੋਂ। ਇਹ ਉਹਦਾ ਨਤੀਜਾ ਹੈ ਕਿ ਤੁਸੀਂ ਇਹੋ ਜਿਹਾ ਹਾਦਸਾ ਦੇਖੋਗੇ ਜਿਹਦੇ ਚ ਪੰਜਾਬ ਪੁਲਿਸ ਨੂੰ ਹੋ ਸਕਦਾ ਹੈ ਬਹੁਤ ਇਹਦੇ ਚ ਕਟਾਰੇ ਚ ਖੜਾ ਹੋਣਾ ਪਵੇ। ਫਿਰ ਤੁਸੀਂ ਕੀ ਕਰੋਗੇ ਜੇ ਉਹਨਾਂ ਤੇ ਕੇਸ ਬਣ ਗਏ? ਔਰ ਦਿੱਲੀ ਨਹੀਂ ਇਹ ਹਾਂਜੀ ਜੀ, ਮੈਂ ਇਹ ਜ਼ਰੂਰ ਤੁਹਾਡੇ ਦੇਖੋ ਕਿ ਤੁਸੀਂ ਦਿੱਲੀ ਦੇ ਵੀ ਵਿੱਚ ਰਹਿੰਦੇ ਹੋ ਤੇ ਤੁਸੀਂ ਕੇਂਦਰੀ ਸੱਤਾ ਨੂੰ ਵੀ ਜਾਣਦੇ ਪਛਾਣਦੇ ਹੋ। ਤੁਹਾਡਾ ਅਨੁਭਵ ਇਹਦੇ ਚ ਬੋਲਦਾ ਹੈ, ਮੈਨੂੰ ਪਤਾ ਹੈ, ਮੈਂ ਜਾਣਦਾ ਇਸ ਗੱਲ ਨੂੰ ਕਿ ਤੁਸੀਂ ਆਮ ਬੰਦੇ ਨਾਲੋਂ ਬਿਹਤਰ ਸਮਝ ਰੱਖਦੇ ਹੋ ਸਿਆਸੀ ਗਲਿਆਰਿਆਂ ਦੀ। ਜਿਹੜੀ ਬੀਜੇਪੀ ਹੈ ਉਹ ਕੇਜਰੀਵਾਲ ਦੇ ਜਿਹੜੇ ਵੱਧਦੇ ਕਦਮ ਹੈ ਹਿਮਾਚਲ ਵੱਲ, ਗੁਜਰਾਤ ਵੱਲ, ਹਰਿਆਣੇ ਵੱਲ, ਔਰ ਹੁਣ ਤਾਂ ਉਹਨਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਪੰਜਾਬ ਦੇ ਇੱਕ ਮੰਤਰੀ ਨੂੰ ਜਿਹੜਾ ਇੰਚਾਰਜ ਲਾਤਾ। ਇਹਦਾ ਮਤਲਬ ਜੰਮੂ 'ਚ ਵੀ ਉਹਨਾਂ ਦੀ ਨਜ਼ਰ ਹੈ ਕਿ ਇੱਥੇ ਵੀ ਬੀਜੇਪੀ ਨਾਲ ਆਮਣਾ ਸਾਹਮਣਾ ਕਰਨਾ ਹੈ। ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੀ ਲੜਾਈ ਕੇਜਰੀਵਾਲ ਵੱਡੀ ਕਰਨਾ ਚਾਹੁੰਦੇ ਆ, ਇਹਨੂੰ ਉਹ ਇੰਨੀ ਆਸਾਨੀ ਨਾਲ ਵੱਡੀ ਹੋਣ ਦੇਣਗੇ? ਲੜਾਈ ਪੰਜਾਬ ਦੀ ਨਹੀਂ ਗੀ, ਲੜਾਈ ਕਿਸੇ ਇੱਕ ਵਿਅਕਤੀ ਨੂੰ ਫੜਨ ਦੀ ਵੀ ਨਹੀਂ ਗੀ, ਲੜਾਈ ਤਾਂ ਵੱਡੀ ਕੁਰਸੀ ਲਈ ਆ ਤੇ ਮੁੱਖ ਵਿਰੋਧੀ ਧਿਰ ਕੌਣ ਆ ਉਹਦੀ ਆ। ਕੇਜਰੀਵਾਲ ਇਸ ਗੱਲ ਦੇ ਵਿੱਚ ਕਾਮਯਾਬ ਦਿਸਦੇ ਆ ਤੇ ਪੂਰੇ ਦੇਸ਼ ਦੇ ਵਿੱਚ ਅੱਜ ਰੌਲਾ ਦੋਨਾਂ ਧਿਰਾਂ ਦਾ ਪੈ ਰਿਹਾ। ਕਾਂਗਰਸ ਦਾ ਰਾਹੁਲ ਗਾਂਧੀ ਜੇ ਕਿਧਰੇ ਚਰਚਾ ਚਾਹੁੰਦਾ ਹੈ ਤਾਂ ਉਹ ਹੁਣ ਕਲੱਬਾਂ ਦੀ ਗੱਲ ਹੋਣ ਲੱਗੀ ਜਿੱਥੇ ਮਜ਼ਾਕ ਡਾਲੋ, ਹਾਲਾਂਕਿ ਉਹਦਾ ਨਿੱਜੀ ਮਸਲਾ ਹੈ, ਕੋਈ ਕਿਵੇਂ ਜੀਂਦਾ ਹੈ ਉਹਦਾ ਆਪਣਾ ਨਿੱਜ ਆ। ਪਰ ਇੱਥੇ ਲੜਾਈ ਜਿਹੜੀ ਸਿਆਸਤ ਦੀ ਹੈ ਬੀਜੇਪੀ ਦੇ ਪੈਟਰਨ ਤੇ ਹੀ ਲੜੀ ਜਾ ਰਹੀ ਹੈ। ਬੀਜੇਪੀ ਨੂੰ ਪਹਿਲੀ ਵਾਰੀ ਸ਼ਾਇਦ ਉਸੇ ਹੀ ਪੱਧਰ ਦੇ ਉੱਤੇ ਕੰਮ ਕਰਨ ਵਾਲਾ ਤੇ ਉਸੇ ਹੀ ਤਰੀਕਾਕਾਰ ਦਾ ਇੱਕ ਸੇਮ ਸੋਚ ਵਾਲਾ ਬੰਦਾ ਟੱਕਰ ਗਿਆ। ਇਹ ਕਿਧਰੋਂ ਪਲਾਂਟਡ ਹੈ ਚੀਜ਼ਾਂ ਕਿ ਇਸ ਤਰੀਕੇ ਨਾਲ ਆਪਸੀ ਟਕਰਾਅ ਦਿਖਾਇਆ ਜਾਵੇ? ਇਹ ਸੱਚਮੁੱਚ ਹੀ ਲੜਾਈ ਹੋ ਰਹੀ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਅੱਗੇ ਜਾ ਕੇ ਇੱਕ ਦੂਜੇ ਦੇ ਪੂਰਕ ਹੋ ਜਾਣਗੇ? ਨਹੀਂ, ਦੇਖੋ ਜੀ, ਕੇਜਰੀਵਾਲ ਨੂੰ ਪੂਰਾ ਹੱਕ ਹੈ ਕਿ ਉਹ ਆਪ ਦੇ ਕਨਵੀਨਰ ਹੋਣ ਦੀ ਕਰਕੇ ਉਹ ਕਿਤੇ ਵੀ ਆਪਣੀ ਪਾਰਟੀ ਨੂੰ ਫੈਲਾਵੇ, ਉਹਦਾ ਹੱਕ ਹੈ। ਲੇਕਿਨ ਇਸ ਵੇਲੇ ਰੌਲਾ ਕੀ ਹੈ ਕਿ ਉਹ ਚੀਫ ਮਿਨਿਸਟਰ ਵੀ ਹੈ ਦਿੱਲੀ ਦਾ ਔਰ ਆਪ ਦਾ ਕਨਵੀਨਰ ਵੀ ਹੈ। ਜਾਂ ਤਾਂ ਉਹ ਚੀਫ ਮਿਨਿਸਟਰੀ ਛੱਡ ਦੇ, ਚੀਫ ਮਿਨਿਸਟਰ ਕਿਸੇ ਹੋਰ ਨੂੰ ਲਾ ਦੇ, ਫਿਰ ਉਹਨੂੰ ਹੱਕ ਹੈ ਜੇ ਉਹ ਬੋਲਦਾ ਹੈ। ਉਦੋਂ ਉਹਨੇ ਕਿਹਾ पंजाब में हम ये नहीं होने देंगे, जो दंगे हो रहे हैं नहीं होने देंगे। ਸੋ ਉਹ ਜਿਹੜਾ ਸ਼ਿਵ ਸੈਨਾ ਨੇ ਕੀਤਾ ਪਟਿਆਲੇ 'ਚ, ਐਜ਼ ਸੀਐਮ ਜੇ ਉਹ ਬੋਲਦਾ ਹੈ, ਉਹਦਾ ਕੋਈ ਹੱਕ ਨਹੀਂ ਦੂਜੇ ਸਟੇਟ ਦੇ ਵਿੱਚ ਹੋ ਰਿਹਾ। ਤੂੰ ਕੌਣ ਹੁੰਦਾ ਵੀ ਕਹਿਣ ਵਾਲਾ ਨਹੀਂ ਹੋਣ ਦੇਣਗੇ? ਇਹ ਤਾਂ ਭਗਵੰਤ ਸਿੰਘ ਮਾਨ ਦਾ ਕੰਮ ਹੈ। ਜੇ ਉਹ ਆਪ ਕੱਲਾ ਆਪ ਦਾ ਕਨਵੀਨਰ ਹੈ, ਐਜ਼ ਪਾਰਟੀ ਹੈਡ ਉਹ ਬੋਲ ਸਕਦਾ ਹੈ, ਫਿਰ ਉਹ ਆਪਣੀ ਸੀਐਮਸ਼ਿਪ ਛੱਡ ਦੇ। ਜੇ ਸੀਐਮ ਨੂੰ ਜੱਫਾ ਪਾਈ ਰੱਖਣਾ ਫਿਰ ਆਪ ਛੱਡ ਦੇ, ਆਪ ਦਾ ਕਨਵੀਨਰ ਕਿਸੇ ਹੋਰ ਬੰਦੇ ਨੂੰ ਲਾਵੇ, ਆਪ ਬਿਆਨਬਾਜ਼ੀ ਨਾ ਕਰੇ। ਜਿਹੜਾ ਆਪ ਦਾ ਕਨਵੀਨਰ ਹੋਵੇ ਉਹ ਬਿਆਨਬਾਜ਼ੀ ਕਰ ਸਕਦਾ ਹੈ ਪੰਜਾਬ ਦੇ ਬਾਰੇ। ਲੇਕਿਨ ਇਹ ਨਾਲੇ ਦੋ ਨਾਲੇ ਮਿੱਸੀਆਂ, ਇਹ ਨਹੀਂ ਚੱਲਣਾ। ਇਹਦੇ 'ਚ ਇਸ ਕਰਕੇ ਜਿੱਥੇ ਮਰਜ਼ੀ ਉਹ ਫੈਲਾਏ ਆਪ ਨੂੰ, ਉਹ ਉਹਦਾ ਹੱਕ ਬਣਦਾ ਹੈ। ਲੇਕਿਨ ਪੰਜਾਬ ਨੂੰ ਇਸ ਲੜਾਈ 'ਚ ਨਾ ਫਸਾਵੇ, ਪੰਜਾਬ ਦੀ ਦੌਲਤ ਨੂੰ ਇਸ ਤੇ ਇਸਤੇਮਾਲ ਨਾ ਕਰੇ। ਦੇਖੋ, ਇਹ ਜਹਾਜ਼ ਲੈ ਕੇ ਗਏ ਨੇ, ਕੱਲ ਪਰਸੋਂ ਹੀ ਖਬਰ ਨਿਕਲੀ ਹੈ। ਇਹ ਕਿਰਾਏ ਤੇ ਜਹਾਜ਼ ਲੈ ਕੇ ਜਦ ਗੁਜਰਾਤ ਗਏ ਨੇ, ਇਹ ਤੇ ਸੀਐਮ ਮਾਨ ਸਾਹਿਬ ਤੇ ਕੇਜਰੀਵਾਲ ਗਏ ਨੇ ਨਾਲ ਹੋਰ ਬੰਦੇ, ਉਹਦਾ ਕਿਰਾਇਆ ਪੰਜਾਬ ਕਿਉਂ ਭਰੇ? ਪੰਜਾਬ ਦੇ ਕੰਮ ਗਏ ਨੇ ਮਾਨ ਸਾਹਿਬ, ਇਹ ਤਾਂ ਆਪ ਦੇ ਕੰਮ ਗਏ ਨੇ। ਆਪ ਕੋਲ ਬਥੇਰਾ ਪੈਸਾ ਹੈ, ਆਪ ਉਹਦਾ ਕੱਟੇ ਉਹਦਾ ਚੈੱਕ ਜਿਹੜਾ ਜਹਾਜ਼ ਲਿਆ। ਤਾਂ ਇਸ ਕਰਕੇ ਇਹ ਦੁਰਉਪਯੋਗ। ਫਰਕ ਕੀ ਹੋਇਆ ਜਦ ਨਵਜੋਤ ਸਿੰਘ ਸਿੱਧੂ ਹੈਲੀਕਾਪਟਰ ਲੈ ਕੇ ਉੱਤਰਾਖੰਡ ਘੁੰਮੀ ਜਾਂਦੇ ਸੀ, ਹੋਰ ਜਗ੍ਹਾ ਘੁੰਮੀ ਜਾਂਦੇ ਸੀ, ਮੱਥਾ ਟੇਕਣ ਗਏ, ਫਿਰ ਫਰਕ ਕੀ ਹੈ ਇਹਦੇ 'ਚ? ਸਰਕਾਰ ਦੇ ਦੇਖੋ, ਜੇ ਤੁਸੀਂ ਬਦਲਾਅ ਲਿਆਉਣਾ ਹੈ ਤਾਂ ਤੁਸੀਂ ਸਰਕਾਰ ਦੇ ਖਜ਼ਾਨੇ ਦਾ ਦੁਰਉਪਯੋਗ ਨਹੀਂ ਕਰੋ। ਜੋ ਤੁਸੀਂ ਨਹੀਂ ਸ਼ੁਰੂ ਕਰੋਗੇ ਫਿਰ ਤੁਸੀਂ ਕੋਈ ਬਦਲਾਅ ਨਹੀਂ ਲਿਆ ਸਕਦੇ। ਫਿਰ ਗੱਲਾਂ ਹੀ ਗੱਲਾਂ ਹੈ। ਬਦਲਾਅ ਛੋਟੀ ਗੱਲ ਤੋਂ ਸ਼ੁਰੂ ਹੁੰਦਾ ਹੈ, ਇੱਕ ਗੱਲ ਤੋਂ ਸ਼ੁਰੂ ਹੁੰਦਾ ਹੈ। ਜੇ ਤੁਸੀਂ ਇੱਕ ਵੀ ਗਲਤੀ ਕਰੋਗੇ ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਨਹੀਂ ਬਾਕੀ ਤਾਂ ਮੈਂ ਠੀਕ ਕਰੂੰਗਾ, ਮੈਂ ਇੰਜ ਹੀ ਕਰੂੰਗਾ। ਉਹ ਬਦਲਾਅ ਨਹੀਂ ਆਉਂਦਾ ਉਹਦੇ ਨਾਲ। ਬਦਲਾਅ ਤਾਂ ਹੁੰਦਾ ਹੈ ਕਿ ਨਹੀਂ ਮੈਂ ਇੰਜ ਹੀ ਕਰੂੰਗਾ। ਮੈਂ ਤੁਹਾਨੂੰ ਪਹਿਲਾਂ ਵੀ ਗੱਲ ਸੁਣਾਈ ਸੀ ਪੰਜਾ ਸਾਹਿਬ ਦੀ, ਕਿ ਪੁਰਾਣੀ ਗੱਲ ਸੁਣਾਉਂਦੇ ਆ, ਉੱਥੋਂ ਦੇ ਜਿਹੜੇ ਗੁਰਦੁਆਰੇ ਦੇ ਇੰਚਾਰਜ ਸੀ ਪਾਰਟੀਸ਼ਨ ਤੋਂ ਪਹਿਲਾਂ, ਰਾਤ ਨੂੰ ਘਰ ਵਾਪਸ ਆਏ, ਉਹਨਾਂ ਦੀ ਬੀਬੀ ਨੇ ਕਿਹਾ ਜੀ ਰੋਟੀ ਤੇ ਸਬਜ਼ੀ ਤੇ ਦਾਲ ਥੋੜੀ ਪਈ ਹੈ ਪਰ ਠੰਡੀ ਹੋ ਗਈ ਹੋਣੀ ਹੈ, ਉਧਰ ਹਲੇ ਵੀ ਚੁੱਲ੍ਹਾ ਚੱਲ ਰਿਹਾ ਹੈ ਗੁਰਦੁਆਰਾ ਸਾਹਿਬ ਦਾ, ਉੱਥੇ ਗਰਮ ਕਰ ਲਿਓ। ਉਹ ਕਹਿੰਦਾ ਬੀਬੀ ਇਹ ਗਰਮ ਉਸ ਚੁੱਲ੍ਹੇ ਤੇ ਨਹੀਂ ਹੋਣੀ, ਉਹ ਚੁੱਲ੍ਹਾ ਮੇਰੀ ਰੋਟੀ ਗਰਮ ਕਰਨ ਲਈ ਨਹੀਂ ਹੈ। ਹੁਣ ਕਿੱਥੇ ਤਾਂ ਆਹ ਵਿਚਾਰ ਹੈ, ਕਿੱਥੇ ਨਾਲੇ ਤੁਸੀਂ ਇਸਤੇਮਾਲ ਕਰੀ ਜਾਓ, ਨਾਲੇ ਵਰਤੀ ਜਾਓ, ਨਾਲੇ ਕੌਣ ਜੀ ਸਾਡੇ ਬਹੁਤ ਅਸੀਂ ਉੱਚੇ ਵਿਚਾਰ ਰੱਖਦੇ ਹਾਂ,
ਤੋ ਇਹਨਾਂ ਚੀਜ਼ਾਂ ਦੇ ਫਿਰ ਲੋਕ ਕਹਿੰਦੇ ਇਹਨਾਂ ਨੂੰ ਨਾ ਕੁਛ ਕਹੋ, ਇਹ ਹੁਣੇ ਸਰਕਾਰ ਬਣੀ ਹੈ ਕਹੇ ਨਾ, ਉਹ ਕਹੀਏ ਕਿਉਂ ਨਾ? ਜੇ ਗਲਤੀ ਕਰਦੇ ਤਾਂ ਕਹਿਣਾ ਪਊਗਾ, ਤੇ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਨੂੰ ਵੀ ਸੁਣਨਾ ਪਊਗਾ। ਉਹ ਗੁੱਸੇ ਤੁਹਾਡੇ ਤੇ ਮੇਰੇ ਨਾਲ ਤਾਂ ਨਾ ਹੋਣ। ਹਾਂ ਬਿਲਕੁਲ ਬਿਲਕੁਲ, ਮੈਂ ਅਸਲ 'ਚ ਜਿਹੜਾ ਸਵਾਲ ਤੁਹਾਡੇ ਤੋਂ ਜਾਣਨਾ ਚਾਹ ਰਿਹਾ ਸੀ, ਕਿਉਂਕਿ ਤੁਹਾਡੀ ਸਮਝ ਅੱਛੀ ਹੈ ਕਿ ਕੇਜਰੀਵਾਲ ਸਾਹਿਬ, ਕਿਉਂਕਿ ਜਿਹੜਾ ਦਿੱਲੀ 'ਚ ਉਹਨਾਂ ਨੇ ਸੱਤਾ ਹਾਸਲ ਕੀਤੀ ਆ ਉਹ ਕਾਂਗਰਸ ਨੂੰ ਰਿਪਲੇਸ ਕਰਕੇ ਕੀਤੀ ਆ, ਬੀਜੇਪੀ ਨੂੰ ਉਹਨਾਂ ਨੇ ਉੱਥੇ ਪੂਰਾ ਧੋਬੀ ਪਟੜਾ ਦਿੱਤਾ ਹੈ। ਪੰਜਾਬ ਦੇ ਵਿੱਚ ਵੀ ਉਹਨਾਂ ਨੇ ਕਾਂਗਰਸ ਤੋਂ ਇਹ ਸੱਤਾ ਹਾਸਲ ਕੀਤੀ, ਇੱਥੇ ਬੀਜੇਪੀ ਦਾ ਕੋਈ ਬਹੁਤਾ ਆਧਾਰ ਹੈ ਨਹੀਂ ਸੀ। ਬੀਜੇਪੀ ਨਾਲ ਪੰਜਾਬ 'ਚ ਉਹਨਾਂ ਦੀ ਲੜਾਈ ਨਹੀਂ ਹੋਈ, ਲੜਾਈ ਅਕਾਲੀਆਂ ਨਾਲ ਤੇ ਕਾਂਗਰਸ ਨਾਲ ਹੋਈ ਹੈ। ਹੁਣ ਜਿਹੜੀਆਂ ਬਾਕੀ ਸਟੇਟਾਂ ਉਹਦੇ ਵਿੱਚ ਉਹਨਾਂ ਦੀ ਸਿੱਧੀ ਬੀਜੇਪੀ ਨਾਲ ਹੈ। ਇਹ ਕੇਜਰੀਵਾਲ ਆਸਾਨੀ ਨਾਲ ਬੀਜੇਪੀ ਨੂੰ ਚੱਕ ਕੇ ਪਾਸੇ ਸੱਟ ਲੈਣਗੇ। ਇਹ ਲੜਾਈ ਜਿਹੜੀ ਹੁਣ ਅੱਜ ਦਿਸ ਰਹੀ ਆ, ਇਹ ਲੜਾਈ ਐਜ ਇਟ ਇਜ਼ ਤਿੱਖੀ ਹੁੰਦੀ ਚੱਲੀ ਜਾਊਗੀ, ਔਰ ਇਹਦੇ ਵਿੱਚ ਪੰਜਾਬ ਨੂੰ ਕਿੰਨਾ ਸੇਕ ਲੱਗੂਗਾ। ਮੈਂ ਇਹ ਪੁੱਛ ਰਿਹਾ ਵੀ ਕੇਜਰੀਵਾਲ ਬੀਜੇਪੀ ਨੂੰ ਕਿਸ ਪੱਧਰ ਦੀ ਟੱਕਰ ਦੇ ਪਾਉਣਗੇ, ਕਿ ਉਹ ਕੁਝ ਹੋਰ ਸਟੇਟਾਂ ਗ੍ਰੈਬ ਕਰ ਜਾਣਗੇ? ਰਜ਼ਾ ਸਾਹਿਬ ਦੇਖੋ, ਦੋ ਗੱਲਾਂ, ਇਹ ਸਫਲ ਉੱਥੇ ਰਹੇ ਆਪ ਵਾਲੇ ਜਿੱਥੇ ਕਾਂਗਰਸ ਦੀ ਸਰਕਾਰ ਸੀ, ਕਿਉਂਕਿ ਜੇ ਤੁਸੀਂ ਕਾਂਗਰਸ ਦੀ ਜਗ੍ਹਾ ਲੈਣੀ ਹੈ, ਫਿਰ ਜਿਹੜੀ ਐਂਟੀ ਇਨਕੰਬੈਂਸੀ ਹੁੰਦੀ ਹੈ, ਮਤਲਬ ਸਰਕਾਰ ਦੇ ਖਿਲਾਫ ਜਿਹੜੇ ਲੋਕ ਹੁੰਦੇ ਆ, ਉਹ ਜੇ ਤਾਕਤ 'ਚ ਨੇ ਤੇ ਉਹਨਾਂ ਦੇ ਖਿਲਾਫ ਜਿਹੜੇ ਨੇ ਉਹ ਤੁਹਾਨੂੰ ਵੋਟ ਪਾਣਗੇ। ਹਿਮਾਚਲ 'ਚ ਤਾਂ ਬੀਜੇਪੀ ਦੀ ਸਰਕਾਰ ਹੈ, ਜਿੱਥੇ ਬੀਜੇਪੀ ਦੀ ਸਰਕਾਰ ਹੈ ਤਾਂ ਹੀ ਉੱਤਰਾਖੰਡ 'ਚ ਇਹਨਾਂ ਨੇ ਕਾਂਗਰਸ ਦਾ ਨੁਕਸਾਨ ਕੀਤਾ ਹੈ, ਗੋਆ 'ਚ ਇਹਨਾਂ ਨੇ ਕਾਂਗਰਸ ਦਾ ਨੁਕਸਾਨ ਕੀਤਾ ਹੈ, ਬੀਜੇਪੀ ਦਾ ਨਹੀਂ ਕੀਤਾ। ਇਹ ਉਲਟਾ ਇਹਨਾਂ ਦੇ ਜਾਣ ਦੇ ਨਾਲ ਬੀਜੇਪੀ ਨੂੰ ਫਾਇਦਾ ਹੁੰਦਾ ਹੈ, ਕਿਉਂਕਿ ਜਿਹੜੀ ਬੀਜੇਪੀ ਦੇ ਖਿਲਾਫ ਦੀ ਵੋਟ ਹੈ ਉਹ ਵੰਡ ਜਾਂਦੀ ਹੈ। ਬੀਜੇਪੀ ਦੀ ਜਿਹੜੀ ਕੋਰ ਵੋਟ ਹੈ ਉਹਨੂੰ ਇਹ ਨਹੀਂ ਤੋੜ ਸਕਦੇ। ਇਹ ਲਾਈਟ ਹਿੰਦੂਤਵਾ ਜਿਹਨੂੰ ਕਹਿੰਦੇ ਆ ਨਾ, ਦੇਖੋ ਇਹ ਟੋਪੀ ਪਾ ਕੇ ਤੁਸੀਂ ਕਹੋ ਜੀ ਮੈਂ ਮੰਦਿਰ ਵੀ ਜਾਣਾ, ਮੈਂ ਟੋਪੀ ਵੀ ਪਾਣੀ ਹੈ, ਮੈਂ ਗਰੀਬ ਬੰਦੇ ਨਾਲ ਵੀ ਹੈ, ਇਹ ਕੁਝ ਤਾਂ ਸੋਸ਼ਲਿਜ਼ਮ ਹੈ ਇਹਨਾਂ ਦਾ, ਕੁਝ ਇਹ ਉਹਦੇ 'ਚ ਇਹ ਵੀ ਧਰਮ ਦਾ ਇਸਤੇਮਾਲ ਕਰਦੇ ਆ। ਸੋ ਧਰਮ ਦੇ ਇਸਤੇਮਾਲ, ਥੋੜਾ ਧਰਮ ਦਾ, ਫਿਰ ਇਹਨਾਂ ਨੂੰ ਡਰ ਹੈ ਜੇ ਜ਼ਿਆਦਾ ਧਰਮ ਦਾ ਇਸਤੇਮਾਲ ਕੀਤਾ ਮੁਸਲਮਾਨ ਵੋਟ ਨਹੀਂ ਪਾਊਗਾ। ਕਾਂਗਰਸ ਦੀ ਜਿਹੜੀ ਵੋਟ ਹੈ ਉਹ ਤਾਂ ਉਹ ਵੋਟ ਹੈ ਜਿਹੜੀ ਬੀਜੇਪੀ ਦੇ ਖਿਲਾਫ ਹੈ। ਜੇ ਉਹਨਾਂ ਨੂੰ ਇਹ ਲੱਗੇਗਾ ਤੁਸੀਂ ਬੀਜੇਪੀ ਦੇ ਛੋਟੇ ਅਵਤਾਰ ਹੋ, ਫਿਰ ਉਹ ਤੁਹਾਨੂੰ ਵੋਟ ਕਿਉਂ ਪਾਉਣਗੇ? ਉਹ ਇਹਨਾਂ ਨੂੰ ਜਿਤਨਾ ਮੁਸ਼ਕਿਲ ਹੋਣਾ ਹੈ, ਇਹ ਪੂਰਾ ਬੀਜੇਪੀ ਨੂੰ ਰਿਪਲੇਸ ਕਿਵੇਂ ਕਰਨਗੇ? ਸੋ ਇਹ ਜਦੋਂ ਦੇਖਣ ਨੂੰ ਮਿਲੇਗਾ। ਜਦੋਂ ਪ੍ਰਸ਼ਾਂਤ ਕਿਸ਼ੋਰ ਨੇ ਇਹ ਗੱਲ ਕਹੀ ਸੀ ਕਿ ਕੇਜਰੀਵਾਲ ਸਾਹਿਬ 20 ਕਰੋੜ ਵੋਟ ਚਾਹੀਦੀ ਹੈ ਤੁਹਾਨੂੰ ਅੱਗੇ ਆਉਣ ਲਈ ਔਰ ਦੇਸ਼ ਦੇ ਵਿੱਚ ਜਿੱਤ ਪ੍ਰਾਪਤ ਕਰਨ ਲਈ, ਜਦੋਂ ਪ੍ਰਸ਼ਾਂਤ ਕਿਸ਼ੋਰ ਇਹ ਕਹਿ ਰਿਹਾ ਕਿ ਤੁਹਾਨੂੰ 20 ਸਾਲ ਅਜੇ ਲੱਗਣਗੇ, ਅਜੇ ਐਡਾ ਆਸਾਨ ਨਹੀਂ ਟਾਸਕ ਹੈ। ਇੱਕ ਪਹਿਲੂ ਇਹ ਹੈ। ਦੂਜਾ ਪਹਿਲੂ ਇਹ ਹੈ ਕਿ ਜਿਹੜਾ ਅੱਜ ਟਕਰਾਅ ਹੋਇਆ, ਇਹ ਟਕਰਾਅ ਸਿੱਧਾ ਪੰਜਾਬ ਪੁਲਿਸ ਨਾਲ ਹੋਇਆ, ਕੇਂਦਰ ਦਾ ਇੱਕ ਤਰ੍ਹਾਂ ਨਾਲ, ਜੋ ਮੈਂ ਦੇਖ ਰਿਹਾ। ਆਉਂਦੇ ਦਿਨਾਂ 'ਚ ਪੰਜਾਬ ਨੂੰ ਕੇਂਦਰ ਤੋਂ ਬਹੁਤ ਸਾਰੀ ਆਰਥਿਕ ਕਿਸਮ ਦੀ ਮਦਦ ਚਾਹੀਦੀ ਹੋਊਗੀ, ਬਹੁਤ ਸਾਰੀਆਂ ਪਰਮਿਸ਼ਨ ਚਾਹੀਦੀਆਂ ਹੁੰਦੀਆਂ, ਪਿੱਛੇ ਕੋਲੇ ਨੂੰ ਲੈ ਕੇ, ਖਾਦਾਂ ਨੂੰ ਲੈ ਕੇ, ਸਾਡੀ ਜਿਹੜੀ ਕੈਸ਼ ਕ੍ਰੈਡਿਟ ਲਿਮਿਟ ਹੁੰਦੀ ਆ ਫਸਲਾਂ ਦੀ ਪ੍ਰੋਕਿਉਰਮੈਂਟ ਲਈ, ਇਸ ਤਰ੍ਹਾਂ ਦੇ ਸਾਡੇ ਇੰਨੇ ਕੁ ਮਸਲੇ ਆ। ਮੈਨੂੰ ਲੱਗਦਾ ਕੇਂਦਰ ਦੀ ਸਹਾਇਤਾ ਤੋਂ ਬਿਨਾਂ ਪੰਜਾਬ ਗਵਰਨਮੈਂਟ ਇੱਕ ਤਰ੍ਹਾਂ ਨਾਲ ਡੌਕ 'ਚ ਆ ਜਾਂਦੀ ਹੈ, ਰੁਕ ਜਾਂਦੀ ਹੈ, ਖਲੋ ਜਾਂਦੀ ਹੈ, ਖੜੋਤ 'ਚ ਆ ਜਾਂਦੀ ਹੈ। ਆਉਂਦੇ ਦਿਨਾਂ 'ਚ ਇਹ ਮੁਸ਼ਕਲਾਂ ਵੱਧ ਸਕਦੀਆਂ। ਕੇਂਦਰ ਹਰ ਗੱਲ ਦੇ ਵਿੱਚ ਰੁਕਾਵਟ ਪਾ ਕੇ ਫਿਰ ਤਰਲੇ ਮਰਵਾ ਕੇ ਕੋਈ ਨਾ ਕੋਈ ਫੇਵਰ ਕਰੂਗਾ। ਇਹ ਜਿਹੜੀ ਇਹ ਟਕਰਾਵਾ ਇਹ ਕਿਸ ਹੱਦ ਤੱਕ ਪੰਜਾਬ ਲਈ ਨੁਕਸਾਨਦਾਇਕ ਆ, ਕਿਉਂਕਿ ਬੀਜੇਪੀ ਵਾਲੇ ਕਿਹੜੇ ਦੁੱਧ ਦੇ ਧੋਤੇ ਆ, ਉਹਨਾਂ ਤੇ ਕਿਹੜੇ ਇਲਜ਼ਾਮ ਨਹੀਂ ਆਉਂਦੇ ਜੀ। ਇਹ ਥੋੜੀ ਗੱਲ ਬਿਲਕੁਲ ਠੀਕ ਹੈ। ਦੇਖੋ, ਜਿੰਨਾ ਤੁਸੀਂ ਬੀਜੇਪੀ ਨਾਲ ਪੰਗੇਬਾਜ਼ੀ ਕਰੋਗੇ ਉਹ ਚੁੰਡੀ ਪੰਜਾਬ ਨੂੰ ਵੱਢਣਗੇ। ਸਰਕਾਰ ਤਾਂ ਇਹਨਾਂ ਦੀ ਇੱਥੇ ਹੀ ਹੈ ਨਾ, ਦਿੱਲੀ ਤਾਂ ਇਹਨੂੰ ਕਾਬੂ ਕੀਤਾ ਹੋਇਆ ਹੈ, ਇਹਦੇ ਕੋਲ ਕੋਈ ਬਹੁਤੀ ਤਾਕਤ ਹੈ ਨਹੀਂ। ਇਹ ਕਾਰਪੋਰੇਸ਼ਨ ਦੀ ਇਲੈਕਸ਼ਨ ਲੜਨਾ ਚਾਹੁੰਦਾ ਸੀ, ਉਹ ਵੀ ਇਲੈਕਸ਼ਨ ਉਹਨਾਂ ਨੇ ਅੱਗੇ ਕਰਤੀ। ਤੋ ਦਿੱਲੀ ਦੇ ਵਿੱਚ ਤਾਂ ਉਹਨਾਂ ਨੂੰ ਪਤਾ ਇਹਨੂੰ ਕਿਵੇਂ ਕਾਬੂ 'ਚ ਰੱਖਣਾ ਹੈ। ਪੰਜਾਬ ਦੇ ਵਿੱਚ ਉਹ ਕਾਬੂ 'ਚੋਂ ਨਿਕਲ ਗਿਆ ਹੈ। ਸੋ ਉਹਦਾ ਨੁਕਸਾਨ ਜੇ ਹੋਏਗਾ ਤਾਂ ਪੰਜਾਬ ਦਾ ਹੋਏਗਾ। ਤਾਂ ਇਸ ਕਰਕੇ ਇਹਨੂੰ ਨਹੀਂ ਚਾਹੀਦਾ ਕਿ ਇਹ ਪੰਜਾਬ ਨੂੰ, ਪੰਜਾਬ ਪੁਲਿਸ ਨੂੰ ਆਪਣੇ ਉਹਨਾਂ ਕੰਮਾਂ 'ਚ ਉਲਝਾਏ। ਇਹਦਾ ਫਿਰ ਇਲਾਜ ਕੀ ਹੈ? ਦੇਖੋ, ਭਗਵੰਤ ਮਾਨ ਹੋਣਾ ਨੂੰ ਕਿਸੇ ਟਾਈਮ ਲਾਲ ਲਖੀਰਾਂ ਖਿੱਚਣੀਆਂ ਪੈਣਗੀਆਂ ਜੇ ਤਾਂ ਉਹਨਾਂ ਨੇ ਚਲਾਉਣੀ ਹੈ ਸਰਕਾਰ। ਸਾਰਿਆਂ ਤੋਂ ਪਹਿਲਾਂ ਤਾਂ ਉਹ ਅਫਸਰ ਜੇ ਆਪਣੇ ਆਲੇ ਦੁਆਲੇ ਕੱਢ ਦੋ ਜਿਹੜੀਆਂ ਦਿੱਲੀ ਕਹੋ ਇਹਨਾਂ ਨੇ ਰੱਖੇ ਨੇ, ਨਹੀਂ ਤਾਂ ਫਿਰ ਆਹੀ ਕੁਛ ਹੀ ਹੋਊਗਾ ਜੋ ਇਹਨਾਂ ਨੇ ਦੇਖ ਲਿਆ। ਤਾਂ ਟ੍ਰੇਲਰ ਹੈ, ਪਿਕਚਰ ਤਾਂ ਹਲੇ ਆਉਣੀ ਹੈ। ਉਹ ਇਹ ਤੋਂ ਵੀ ਖਤਰਨਾਕ, ਖੌਫਨਾਕ ਹੋ ਸਕਦੀ ਹੈ। ਤਾਕਤ ਦਿੱਲੀ ਕੋਲ ਹੈ। ਦਿੱਲੀ ਚਾਹੁੰਦਾ ਹੈ ਗਲਤੀ ਕਰਨਗੇ, ਉਹ ਫਸਾਉਣਗੇ। ਇੱਥੇ ਪ੍ਰੈਜ਼ੀਡੈਂਟ ਰੂਲ ਵੀ ਲਾ ਸਕਦੇ ਆ। ਜੇ ਕੱਲ ਨੂੰ ਬਹੁਤ ਹੀ ਜ਼ਿਆਦਾ ਟਕਰਾਓ ਤੁਸੀਂ ਵਧਾ ਲੈਣੇ ਹੋ ਦਿੱਲੀ ਨਾਲ, ਉਹ ਕਹਿਣਗੇ ਜੀ ਕਨਸਟੀਟਿਊਸ਼ਨਲ ਸਿਸਟਮ ਟੁੱਟ ਗਿਆ, ਸੀਐਮ ਤੋਂ ਤਾਂ ਸਰਕਾਰ ਚੱਲਦੀ ਨਹੀਂ, ਇੱਕ ਬੰਦਾ ਬਾਹਰ ਬੈਠਾ ਸਰਕਾਰ ਚਲਾ ਰਿਹਾ। ਫਿਰ ਤੁਸੀਂ ਕੀ ਕਰੋਗੇ? ਜਾਂ ਤੁਹਾਡੇ 'ਚ ਫਾਈਨੈਂਸ਼ੀਅਲ ਐਮਰਜੈਂਸੀ ਆ ਗਈ, ਤੁਹਾਡੇ ਕੋਲ ਪੈਸੇ ਹੀ ਨਹੀਂ ਬਚੇ ਸਰਕਾਰ ਚਲਾਉਣ ਜੋਗੇ, ਫਿਰ ਤੁਸੀਂ ਕਿਵੇਂ ਕਰੋਗੇ?
ਤੋ ਇਹ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਤੈਅ ਕਰਨਾ ਪੈਣਾ ਹੈ ਕਿ ਉਹਨਾਂ ਨੂੰ ਕਹਿਣ ਜੀ ਤੁਸੀਂ ਜਨਾਬ ਆਪਣੀਆਂ ਇਲੈਕਸ਼ਨਾਂ ਲੜੋ ਹੋਰ ਸੂਬਿਆਂ 'ਚ, ਸਾਨੂੰ ਬੁਲਾਓਗੇ ਅਸੀਂ ਚਲੇ ਜਾਵਾਂਗੇ, ਸਾਨੂੰ ਉਲਝਾਓ ਨਾ, ਸਾਡੀ ਪੁਲਿਸ ਨੂੰ ਇਹਦੇ 'ਚ ਉਲਝਾਓ ਨਾ। ਹੁਣ ਕੀ ਇਹ ਕੇਜਰੀਵਾਲ ਮੰਨੇਗਾ? ਕਿਉਂਕਿ ਉਹ ਕਾਫੀ ਜ਼ਿੱਦੀ ਹੈ, ਉਹਦੇ ਦਿਮਾਗ ਉਹਨੂੰ ਜੇ ਇਹ ਹੈ ਮੈਨੂੰ ਕਿਸੇ ਨੇ ਬੁਰਾ ਭਲਾ ਕਿਹਾ ਹੈ, ਉਹ ਹੁਣ ਤਾਂ ਹੀ ਕੋਈ ਕਾਰਵਾਈ ਕਰ ਨਹੀਂ ਸਕਿਆ ਕਿਸੇ ਦੇ ਖਿਲਾਫ। ਸੋ ਪਹਿਲਾਂ ਉਹਨੇ ਰਗੜਿਆ ਉਹਨੂੰ ਕੁਮਾਰ ਵਿਸ਼ਵਾਸ ਨੂੰ, ਉਹਦੇ ਤੇ ਕੀ ਆਰਡਰ ਆਇਆ? ਦੇਖੋ ਪੰਜਾਬ ਪੁਲਿਸ ਕੁਝ ਸਿੱਖੀ ਉਸ ਤੋਂ, ਜਦ ਕੁਮਾਰ ਵਿਸ਼ਵਾਸ ਤੇ ਹਾਈ ਕੋਰਟ ਨੇ ਕਿਹਾ ਕਿ ਇਹ ਤਾਂ ਸਿਆਸੀ ਚਾਲ ਲੱਗਦੀ ਹੈ ਔਰ ਉਹਨੂੰ ਪ੍ਰੋਟੈਕਟ ਕਰਤਾ ਕਿ ਇਹਨੂੰ ਫੜ ਨਹੀਂ ਸਕਦੇ। ਅਲਕਾ ਲਾਂਬਾ ਦਾ ਵੀ ਅੱਜ ਕੇਸ ਲੱਗਣਾ ਸੀ, ਅਲਕਾ ਲਾਂਬਾ ਤੇ ਕਾਰਵਾਈ ਕਰਨ ਨਾਲ ਸਾਰੀ ਕਾਂਗਰਸ ਪੰਜਾਬ ਦੀ ਇਕੱਠੀ ਹੋ ਗਈ, ਸਿੱਧੂ ਸਾਹਿਬ ਦੇ ਇਲਾਵਾ ਸਾਰੇ ਇਕੱਠੇ ਸੀ ਉਹਦੇ ਨਾਲ ਜਦੋਂ ਪੁਲਿਸ ਦੇ ਪੇਸ਼ ਹੋਈ ਰੋਪੜ 'ਚ ਜਾ ਕੇ। ਫਿਰ ਐਸਪੀ ਸਾਹਿਬ ਭੱਜ ਗਏ। ਹਾਂ, ਸਿੱਧੂ ਸਾਹਿਬ ਵੀ ਚਲੋ ਗਏ, ਉਹ ਅੱਜ ਕੱਲ ਕੈਮਰੇ 'ਚ ਨਹੀਂ ਆਉਂਦੇ ਕਿਉਂਕਿ ਪ੍ਰਸ਼ਾਂਤ ਕਿਸ਼ੋਰ ਨਾਲ ਗੱਲਬਾਤ ਕਰ ਰਹੇ ਨੇ, ਉਹ ਫੋਟੋ ਪ੍ਰਸ਼ਾਂਤ ਕਿਸ਼ੋਰ ਨਾਲ ਖਿਚਾਉਂਦੇ ਆ, ਕਾਂਗਰਸ ਨਾਲ ਨਹੀਂ ਖਿਚਾਉਣਾ ਚਾਹੁੰਦੇ ਮੇਰੇ ਖਿਆਲ। तो ਉਹ ਹਾਈ ਕੋਰਟ ਦੇ ਆਲਰੇਡੀ ਸਾਹਮਣੇ ਸੀ ਕੇਸ, ਉਹ ਹਲੇ ਚੱਲ ਹੀ ਰਿਹਾ ਹੈ। ਤੁਸੀਂ ਦੇਖ ਰਹੇ ਹੋ ਹਾਈ ਕੋਰਟ ਦੀ ਕੀ ਇਹਦੇ ਤੇ ਸੋਚ ਹੈ, ਔਰ ਤੁਸੀਂ ਇੱਕ ਹੋਰ ਦਰਜ ਕਰ ਦੋ ਕੇਸ ਤੇਜਿੰਦਰ ਬੱਗਾ ਤੇ। ਤੋ ਤੁਸੀਂ ਕੁਝ ਸਿੱਖ ਰਹੇ ਹੋ ਕਿ ਨਹੀਂ ਸਿੱਖ ਰਹੇ? ਨਹੀਂ। ਸੋ ਭਾਵੇਂ ਬੱਗਾ ਜਿੰਨਾ ਮਰਜੀ ਤੁਸੀਂ ਕਹਿੰਦੇ ਹੋ ਚੰਗਾ ਬੰਦਾ ਨਹੀਂ ਹੈ, ਜੋ ਮਰਜ਼ੀ ਹੈ, ਲੇਕਿਨ ਕਿਉਂ ਤੁਸੀਂ ਪੰਜਾਬ ਪੁਲਿਸ ਨੂੰ ਇਹਦੇ 'ਚ ਉਲਝਾਉਂਦੇ ਹੋ? ਤੋ ਇਹ ਮੈਨੂੰ ਨਹੀਂ ਲੱਗਦਾ ਇਹ ਕੇਜਰੀਵਾਲ ਸਾਹਿਬ ਇਹਦੋਂ ਬਹੁਤੇ ਬਦਲਣਗੇ ਜਦ ਤਾਈਂ ਆਪ ਪਾਰਟੀ ਪੰਜਾਬ ਦੀ ਇਕੱਠੇ ਹੋ ਕੇ ਇਹ ਨਹੀਂ ਕਹਿੰਦੇ ਕਿ ਦੇਖੋ ਭਗਵੰਤ ਮਾਨ ਜੀ ਤੁਹਾਨੂੰ ਵੋਟਾਂ ਪਈਆਂ, ਤੁਸੀਂ ਹੁਣ ਰਾਜ ਕਰੋ, ਇੱਥੇ ਬੈਠ ਕੇ ਰਾਜ ਕਰੋ, ਅਦਲੀ ਬਦਲੀ ਆਪਣੇ ਆਲੇ ਦੁਆਲੇ ਉਹ ਅਫਸਰ ਰੱਖੋ ਜਿਹੜੇ ਸਿਰਫ ਇੱਥੋਂ ਦੇ ਫੋਨ ਸੁਣਦੇ ਆ, ਪੰਜਾਬ ਦੇ, ਦਿੱਲੀ ਦੇ ਫੋਨ ਨਹੀਂ ਸੁਣਦੇ। ਕੀ ਮਾਨ ਸਾਹਿਬ ਕਰ ਸਕਦੇ ਆ ਇਹ? ਕਿਉਂਕਿ ਹੁਣ ਆ ਜਿਹੜੀ ਪ੍ਰੋਬਲਮ ਬਣੀ ਹੈ ਪਿਪਲੀ 'ਚ, ਇਹ ਪਹੁੰਚੇਗੀ ਤਾਂ ਮਾਨ ਸਾਹਿਬ ਦੇ ਮੇਜ਼ ਤੇ ਨਾ, ਕਿ ਜੇ ਕੇਸ ਦਰਜ ਹੋ ਜਾਂਦੇ ਆ ਕਿਵੇਂ ਛਡਾਓਗੇ ਤੁਸੀਂ? ਦੇਖੋ ਫੈਸਲਾਕੁੰਨ ਤਾਂ ਇਹਦੇ ਵਿੱਚ ਮੁੱਖ ਮੰਤਰੀ ਨੇ ਹੀ ਹੋਣਾ ਸੀ। ਜਦੋਂ ਪੁਲਿਸ ਨੂੰ ਡਿਟੇਨ ਕੀਤਾ ਗਿਆ, ਜਦੋਂ ਉਹਨਾਂ ਨੂੰ ਰੋਕਿਆ ਗਿਆ, ਹਾਲਾਂਕਿ ਹਰਿਆਣਾ ਦੇ ਜਿਹੜਾ ਐਡਵੋਕੇਟ ਸੀਗਾ ਉਹਨੇ ਕਹਿਤਾ ਕਿ ਅਸੀਂ ਕਿਸੇ ਨੂੰ ਨਹੀਂ ਰੋਕਿਆ, ਲੇਕਿਨ ਫਿਰ ਵੀ ਜਦੋਂ ਇਹ ਪੁਲਿਸ ਸੰਕਟ 'ਚ ਆਉਂਦੀ ਆ ਤਾਂ ਉਹ ਮੁੱਖ ਮੰਤਰੀ ਜਿਨ੍ਹਾਂ ਕੋਲ ਗ੍ਰਹਿ ਮੰਤਰਾਲਾ ਵੀ ਆ, ਬਿਆਨ ਤਾਂ ਉਹਨਾਂ ਦਾ ਆਉਣਾ ਸੀ, ਟੈਕਲ ਉਹਨਾਂ ਨੇ ਕਰਨਾ ਸੀ, ਉਹਨਾਂ ਨੇ ਆਪਣੇ ਹਮਰੁਤਬਾ ਹਰਿਆਣਾ ਦੇ ਮੁੱਖ ਮੰਤਰੀ ਨਾਲ ਵੀ ਗੱਲ ਉਹਨਾਂ ਨੇ ਕਰਨੀ ਸੀ, ਲੇਕਿਨ ਇਹ ਸਭ ਸੰਭਵ ਨਹੀਂ ਹੋ ਸਕਿਆ। ਸਿਆਸੀ ਸਾਰੇ ਦੇ ਸਾਰੇ ਜਿੰਨੇ ਦਾਅਪੇਚ ਸੀ ਉਹ ਪਾਸੇ ਰਹਿ ਗਏ ਤੇ ਤੁਹਾਨੂੰ ਕੋਰਟ ਦੇ ਵਿੱਚ ਜਾਣਾ ਪੈ ਗਿਆ। ਸੋ ਮੈਨੂੰ ਲੱਗਦਾ ਕਿ ਭਗਵੰਤ ਮਾਨ ਸਾਹਿਬ ਇਹ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਕਿ ਗੁਆਂਢੀ ਸੂਬਿਆਂ ਨਾਲ ਇਸ ਹੱਦ ਤੱਕ ਟਕਰਾਅ ਵਧਾਉਣ ਤੋਂ ਬਾਅਦ ਤੁਹਾਡੇ ਲਈ ਕਈ ਨਵੀਆਂ ਮੁਸ਼ਕਲਾਂ ਵੀ ਖੜੀਆਂ ਹੋਣਗੀਆਂ। ਪਾਣੀਆਂ ਦੇ ਮਾਮਲੇ ਖੜੇ ਪਏ ਆ, ਰਾਜਧਾਨੀ ਨਾਲ, ਸਾਂਝੀ ਹਾਈਕੋਰਟ ਨਾਲ ਸੰਬੰਧਿਤ ਕਈ ਮਾਮਲੇ ਅਜੇ ਪੈਂਡਿੰਗ ਆ। ਇਹ ਟਕਰਾਅ ਆਉਂਦੇ ਦਿਨ ਹੀ ਅਖਬਾਰਾਂ ਦੀਆਂ ਸੁਰਖੀਆਂ ਬਣੂਗਾ। ਇਹ ਟਕਰਾਅ ਆਉਂਦੇ ਦਿਨਾਂ ਦੇ ਵਿੱਚ ਕੇਂਦਰ 'ਚ ਵੀ ਜਾਊਗਾ। ਜਦੋਂ ਬਿਜਲੀ ਕੇਂਦਰੀ ਪੂਲ 'ਚੋਂ ਲੈਣੀ ਸੀ, ਕੇਂਦਰ ਨੇ ਹਰਿਆਣੇ ਵਾਲੇ ਪਾਸੇ ਨੂੰ ਹੱਥ ਕਰਤਾ, ਉਹ ਮੁੜ ਕੇ ਵੱਖਰੀ ਗੱਲ ਆ ਕਿ ਉਹ 'ਚ ਵੀ ਕੋਰਟਾਂ ਦੇ ਦਖਲ ਆਏ। ਪਰ ਇਹ ਵੇਖਣ ਵਾਲੀ ਗੱਲ ਆ ਕਿ ਆਪਾਂ ਕਿੰਨੇ ਕੁ ਇਹ ਟਕਰਾਅ ਘਟਾ ਸਕਦੇ ਹਾਂ ਜਿਨ੍ਹਾਂ 'ਚੋਂ ਕੁਝ ਵੀ ਪੈਦਾ ਹੋਣ ਵਾਲਾ ਨਹੀਂ, ਜਿਨ੍ਹਾਂ 'ਚੋਂ ਕੁਝ ਵੀ ਪ੍ਰਾਪਤ ਹੋਣ ਵਾਲਾ ਨਹੀਂ। ਸੋ ਸਰਦਾਰ ਸਾਹਿਬ ਤੁਸੀਂ ਬਹੁਤ ਬਿਹਤਰ ਗੱਲ ਕੀਤੀ। ਹਾਲਾਂਕਿ ਅੱਜ ਸਾਡੇ ਸਮਕਾਲੀ ਜਰਨਲਿਸਟ ਨੇ ਵੱਡੇ ਅਜੀਤ ਅਖਬਾਰ ਦੇ ਹਰਕਵਲਜੀਤ, ਉਹਨਾਂ ਨੇ ਇੱਕ ਵੱਡੀ ਸਟੋਰੀ ਲਾਈ ਸੀ ਕਿ ਲਗਭਗ 2 ਮਹੀਨੇ ਹੋਣ ਨੂੰ ਆਏ ਆ, ਅਜੇ ਤੱਕ ਪਹਿਲੀ ਵਾਰੀ ਅਫਸਰਸ਼ਾਹੀ ਨੂੰ ਵੀ ਸਮਝ ਨਹੀਂ ਆਈ ਕਿ ਇਹ ਗਵਰਨਮੈਂਟ ਕਿਵੇਂ ਵਰਕ ਕਰ ਰਹੀ ਹੈ। ਅਜੇ ਤੱਕ ਉਹਨਾਂ ਨੂੰ ਵੀ ਨਹੀਂ ਪਤਾ ਲੱਗ ਰਿਹਾ ਕਿ ਉਹਨਾਂ ਨੇ ਆਰਡਰ ਕਿੱਥੋਂ ਲੈਣੇ ਆ, ਨਿਯੁਕਤੀਆਂ ਤਬਾਦਲਿਆਂ ਲਈ ਕਿਹਨੂੰ ਮਿਲਣਾ ਹੈ, ਕਿਸ ਤਰੀਕੇ ਨਾਲ ਅੱਗੇ ਵਧਣਾ ਹੈ। ਜਦੋਂ ਜਿਹੜੀਆਂ ਮੰਤਰੀ ਮੰਡਲ ਦੀਆਂ ਮੀਟਿੰਗਸ ਨੇ ਉਹਨਾਂ ਜ਼ਿਕਰ ਕੀਤਾ ਹੈ ਕਿ ਉਹਦੇ ਵਿੱਚ ਵੀ ਸੰਬੰਧਿਤ ਅਫਸਰ ਨੂੰ ਸੱਦਿਆ ਜਾਂਦਾ, 2-4 ਅਫਸਰ ਇਕੱਠੇ ਹੋਣ ਤੇ ਉਹਨਾਂ ਨੂੰ ਕਿਹਾ ਜਾਂਦਾ ਜੀ ਬਾਕੀ ਬਾਹਰ ਚਲੇ ਜਾਓ। ਅਜੇ ਤੱਕ ਲੋਕ ਸਮਝ ਨਹੀਂ ਪਾਏ ਜਿਹੜੇ ਉੱਚੇ ਘਰਾਣਿਆਂ ਵਾਲੇ ਨੇ ਜਾਂ ਉਹਨਾਂ ਸੱਤਾ ਦੇ ਗਲਿਆਰਿਆਂ ਵਾਲੇ ਆ ਕਿ ਇਹ ਗਵਰਨਮੈਂਟ ਵਰਕ ਕਿਵੇਂ ਕਰਦੀ ਹੈ, ਇਹਦੇ ਚ ਮੇਨ ਕੌਣ ਆ, ਕਿੱਥੋਂ ਆਰਡਰ ਆਉਂਦੇ ਆ, ਕੌਣ ਇਹਦੇ ਚ ਫੈਸਲਾ ਕਰਨਾ। ਸੋ ਇਹ ਸਾਰੀਆਂ ਚੀਜ਼ਾਂ ਅਸੀਂ ਇੱਕ ਵਾਰੀ ਨਵੇਂ ਸੈਗਮੈਂਟ ਚ ਤੁਹਾਡੇ ਨਾਲ ਡਿਸਕਸ ਕਰਾਂਗੇ। ਜੇ ਕੋਈ ਆਖਰੀ ਟਿੱਪਣੀ ਦੇਣੀ ਤਾਂ ਜ਼ਰੂਰ। ਹਾਂ, ਇੱਕ ਜਲਦੀ ਚ ਦੱਸਦਾ ਤੁਹਾਨੂੰ, ਯਾਦ ਹੋਣਾ ਬਲੂ ਸਟਾਰ ਤੋਂ ਪਹਿਲਾਂ ਕੀ ਹੋਇਆ ਸੀ, ਰੌਲਾ ਕਿੱਥੋਂ ਚੱਲਿਆ ਸੀ। ਏਸ਼ੀਅਨ ਗੇਮਸ ਵੇਲੇ ਹਰਿਆਣਾ ਦੀ ਪੁਲਿਸ ਨੇ ਅਫਸਰਾਂ ਨੂੰ ਰੋਕ ਕੇ ਵਰਦੀ ਚ ਜਾਂਦੇ ਸਿੱਖ ਅਫਸਰਾਂ ਦੀ ਵੀ ਤਲਾਸ਼ੀ ਲੈਂਦੇ ਸੀ, ਕਾਰਾਂ ਦੀ ਜੀ। ਜਨਰਲ ਸ਼ਬੇਗ ਸਿੰਘ ਉੱਥੋਂ ਤੜਕਿਆ, ਜਿਹਨੇ ਸਾਰੀ ਡਿਫੈਂਸ ਦਰਬਾਰ ਸਾਹਿਬ ਦੇ ਵਿੱਚ ਬਣਾਈ ਜਨਰਲ ਸ਼ਬੇਗ ਸਿੰਘ ਨੇ। ਉਹ ਗੁੱਸੇ ਉਸ ਤੋਂ ਹੋਇਆ ਕਿਉਂਕਿ ਉਹਨੂੰ ਜੀਟੀ ਰੋਡ ਤੇ ਰੋਕ ਕੇ ਉਹਦੀ ਤਲਾਸ਼ੀ ਲਈ ਗਈ ਜੀ। ਇਹ ਗੁੱਸਾ ਹਰਖ ਪੰਜਾਬ ਦਾ ਉਦੋਂ ਤੋਂ ਹੈ ਕਿ ਅਸੀਂ ਦੁਬਾਰਾ ਉਹ ਗੱਲਾਂ, ਉਹ ਦਿਨ ਵਾਪਸ ਲਿਆਉਣਾ ਚਾਹੁੰਦੇ ਆ। ਇਹ ਬੇਵਕੂਫੀਆਂ ਇਹਨਾਂ ਨੂੰ ਬੰਦ ਕਰਨੀਆਂ ਪੈਣੀਆਂ। ਇਹ ਆਪਣੇ ਸਿਆਸੀ ਸੁਪਨੇ ਲੈ ਕੇ ਪੰਜਾਬ ਨੂੰ ਦੁਬਾਰਾ ਉੱਥੇ ਨਾ ਲਿਜਾਣ ਜਿੱਥੋਂ ਪੰਜਾਬ ਬੜੀ ਮੁਸ਼ਕਿਲ ਹੀ ਨਿਕਲਿਆ।
ਤੁਹਾਡੀ ਗੱਲ ਠੀਕ ਹੈ, ਸ਼ਾਇਦ ਕੇਜਰੀਵਾਲ ਸਾਹਿਬ ਨੂੰ ਤਾਂ ਇਹ ਇਤਿਹਾਸ ਪਤਾ ਵੀ ਨਹੀਂ ਹੋਣਾ, ਜਾਂ ਉਹਨਾਂ ਦਾ ਕੰਸਰਨ ਵੀ ਨਹੀਂ, ਉਹਨਾਂ ਪੜ੍ਹਿਆ ਵੀ ਨਹੀਂ ਹੋਣਾ, ਉਹਨਾਂ ਦਾ ਧਿਆਨ ਵੀ ਨਹੀਂ ਹੋਊਗਾ। ਪਰ ਪੰਜਾਬ 'ਚ ਜੰਮਿਆਂ ਨੂੰ, ਪੰਜਾਬ ਦਾ ਜਿਹੜਾ ਇੱਥੋਂ ਦਾ ਧਰਾਤਲ ਹੰਢਾ ਰਹੇ ਤੇ ਦੇਖ ਰਹੇ ਆਮ ਆਦਮੀ ਪਾਰਟੀ ਦੇ ਅਹਿਮ ਲੋਕਾਂ ਨੂੰ ਤਾਂ ਪਤਾ ਹੋਊਗਾ ਕਿ ਉਹ ਸੰਕਟ, ਉਹ ਕਾਲੀਆਂ ਬੋਲੀਆਂ ਰਾਤਾਂ ਆਪਾਂ ਕਿੱਦਾਂ ਗੁਜ਼ਾਰ ਕੇ ਆਏ ਆ। ਉਹ ਵਕਤ ਅਜੇ ਵੀ ਲੂੰ ਕੰਡੇ ਖੜੇ ਕਰਦਾ ਹੈ, ਲੇਕਿਨ ਉਧਰ ਨੂੰ ਵਾਪਸ ਮੁੜਨਾ ਕੋਈ ਨਹੀਂ ਚਾਹੁੰਦਾ। ਸਗੋਂ ਹੁਣ ਤਾਂ ਸਰਹੱਦਾਂ ਖੁੱਲ ਗਈਆਂ, ਰਾਹ ਮੋਕਲੇ ਹੋ ਗਏ ਆ, ਉਡਾਰੀ ਵਿਦੇਸ਼ ਨੂੰ ਮਾਰਨੀ ਸੌਖੀ ਹੋ ਗਈ ਆ ਤੇ ਲੋਕ ਮਾਰ ਵੀ ਰਹੇ ਆ। ਕਿੰਨੀ ਕੁ ਦੇਰ ਤੱਕ ਉਹ ਇਸ ਤਰ੍ਹਾਂ ਦੀ ਅਨਾਰਕੀ ਦੇ ਵਿੱਚ ਅੱਗੇ ਵਧਣਾ ਚਾਹਣਗੇ ਜੇ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾਂਦਾ ਰਹੇਗਾ? ਸਰਦਾਰ ਸਾਹਿਬ ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।